बिस्मिल्लाहिर्रहमानिर्रहीम। मैं मुहम्मद सरफराज एक बार फिर ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਜੀ। अस्सलाम वालेकुम जी। मैं इस वेले काला खताई रोड डिस्ट्रिक्ट शेखूपुरा आजम साहब के फार्म ਦੇ ਵਿੱਚ ਮੌਜੂਦ ਹਾਂ ਜੀ। ਆਜ਼ਮ ਸਾਹਿਬ अस्सलाम वालेकुम। वालेकुम सलाम। ਆਜ਼ਮ ਸਾਹਿਬ ਅਸੀਂ ਅੱਜ ਤੁਹਾਡੇ ਕੋਲ ਆਏ ਹਾਂ ਜੀ। ਜੀ ਪੁੱਛਣਾ ਇਹ ਸੀ ਤੁਸੀਂ ਇਹ ਪਪੀਤਾ ਲਗਾਇਆ ਹੈ, ਕਿੰਨੇ ਏਕੜ ਲਾਇਆ ਜੀ ਇੱਥੇ? ਇਹ ਅਸੀਂ 3 ਏਕੜ ਲਾਇਆ ਜੀ। 3 ਏਕੜ ਲਾਇਆ ਤੇ ਕਿੰਨਾ ਅਰਸਾ ਹੋ ਗਿਆ ਲਾਏ ਨੂੰ? ਇਹਨੂੰ 1 ਸਾਲ ਹੋ ਗਿਆ ਜੀ। ਵੈਸੇ ਤੁਹਾਨੂੰ ਪਪੀਤੇ ਦਾ ਕੰਮ ਕਰਦਿਆਂ ਕਿੰਨਾ ਅਰਸਾ ਹੋ ਗਿਆ? 10 ਸਾਲ ਹੋ ਗਏ। 10 ਸਾਲ ਤੋਂ। 10 ਸਾਲ ਤੋਂ ਪਹਿਲੇ ਕਿੱਥੇ ਲਾਉਂਦੇ ਸੀ ਤੁਸੀਂ? ਅਸੀਂ ਚਿਸ਼ਤੀਆਂ ਮੰਡੀ। ਚਿਸ਼ਤੀਆਂ ਜੀ। ਚਿਸ਼ਤੀਆਂ ਮੰਡੀ ਦੇ ਨਾਲ ਕੋਈ ਪਿੰਡ ਹੋਏਗਾ? ਜੀ ਜੀ ਜੀ। ਠੀਕ ਹੈ ਜੀ। ਫਿਰ ਹੁਣ ਤੁਸੀਂ ਇੱਥੇ ਆ ਗਏ। ਹਾਂਜੀ। ਇਹ ਜ਼ਮੀਨ ਆਪਣੀ ਹੈ ਜਾਂ ਠੇਕੇ ਤੇ ਹੈ? ਠੇਕੇ ਤੇ। ਇਹਦਾ ਮਤਲਬ ਠੇਕੇ ਤੇ ਲੈ ਕੇ ਵੀ ਲਾਇਆ ਜਾ ਸਕਦਾ? ਬਿਲਕੁਲ ਬਿਲਕੁਲ। ਅਗਰ ਬੰਦਾ ਠੇਕੇ ਤੇ ਲਵੇ ਤੇ ਕਿੰਨੇ ਸਾਲ ਦਾ ਐਗਰੀਮੈਂਟ ਮਾਲਕ ਦੇ ਨਾਲ ਕਰੇ? 3 ਸਾਲ ਦਾ ਜੀ। 3 ਸਾਲ ਦਾ। ਜੀ। ਇਹ ਤੁਸੀਂ ਪਨੀਰੀ ਆਪਣੀ ਲਾਈ ਆ ਜਾਂ ਤੁਸੀਂ ਮੁੱਲ ਲੈ ਕੇ ਲਾਈ ਆ? ਇਹ ਸਾਰਾ ਅਸੀਂ ਆਪਣੀ ਤਿਆਰ ਕੀਤੀ। ਤੁਸੀਂ ਪਨੀਰੀ ਆਪਣੀ ਤਿਆਰ ਕਰਦੇ ਜੀ, ਆ? ਅੱਛਾ ਜੀ। ਆਜ਼ਮ ਸਾਹਿਬ, ਇਹ ਪਨੀਰੀ ਬੀਜਣ ਦਾ ਪਹਿਲੇ ਸਾਨੂੰ ਤਰੀਕਾ ਦੱਸੋ ਕਿ ਤੁਸੀਂ ਨਹੀਂ ਦੱਸੋਗੇ ਸਿਰਫ ਪਨੀਰੀ ਵੇਚੋਗੇ? ਨਹੀਂ ਸਰ, ਅਸੀਂ ਪਨੀਰੀ ਵੇਚਣ ਦਾ ਤੇ ਆਪਣਾ ਉਗਾਉਣ ਦਾ ਵੀ ਤਰੀਕਾ ਦੱਸਾਂਗੇ, ਇਹਨੂੰ ਪਾਲਣ ਦਾ, ਅੱਗੇ ਸ਼ਿਫਟ ਕਰਨ ਦਾ। ਅੱਛਾ, ਇਹ ਪਨੀਰੀ ਕਿੱਦਾਂ ਲਾਈ ਦੀ ਪਹਿਲਾਂ ਇਹ ਦੱਸੋ। ਇਹ ਸਰ 4-5 ਦੀ ਥੈਲੀ ਲਈ ਦੀ ਆ। ਹਾਂਜੀ। ਤੇ ਉਹਦੇ ਵਿੱਚ 3 ਹਿੱਸੇ ਮਿੱਟੀ ਭਰ ਦੇਣੀ, 1 ਹਿੱਸਾ ਪੀਟਮਾਸ ਪਾ ਕੇ 2 ਸੂਤਰ ਡੂੰਘਾ ਬੀ ਹੋਵੇ। 2 ਸੂਤਰ ਪੀਟਮਾਸ ਦੇ ਵਿੱਚ। ਪੀਟਮਾਸ ਦੇ ਵਿੱਚ। ਅੱਛਾ ਇਸ ਜੀ। ਤੋਂ ਜ਼ਿਆਦਾ ਡੂੰਘਾ ਨਾ ਹੋਵੇ, ਉਹਦੀ ਜਰਮੀਨੇਸ਼ਨ 90% ਹੋ ਜਾਂਦੀ ਹੈ। ਅਲਹਮਦੁਲਿਲਾ ਮੇਰੀ ਵੀ ਹੈ 90%। 90%। ਬਹੁਤ ਅੱਛੀ ਜਰਮੀਨੇਸ਼ਨ ਹੈ। ਅੱਛਾ ਜੀ। ਉਸ ਤੋਂ ਬਾਅਦ ਜੀ ਇਹਦੇ ਜਿਹੜੇ ਫੰਗਸ ਆਉਣ ਦੇ ਅਟੈਕ ਹੁੰਦੇ, ਉਹਦੇ ਵਾਸਤੇ ਇਹਨੂੰ ਜਿਹੜੀ ਥਾਇਓਫਨੇਟ ਮਿਥਾਈਲ, ਉਹ ਕਦੋਂ ਪਾਣੀ ਥਾ? ਉਹ ਜਦੋਂ ਜੀ 3 ਪੱਤੇ ਬਣਾ ਲਵੇ, ਹਾਂਜੀ। ਉਹਦੇ 'ਚ ਤੁਸੀਂ 10 ਕਿਲੋ ਰੇਤ ਲੈ ਲਓ। ਹਾਂਜੀ। 10 ਕਿਲੋ ਰੇਤ ਲੈ ਕੇ 2 ਚਮਚ ਚਾਹ ਵਾਲੇ ਜਿਹੜੇ ਉਹਦੇ 'ਚ ਮਿਕਸ ਕਰਕੇ ਹਾਂਜੀ। ਉਹ ਪੌਦਿਆਂ ਦੇ ਤਨਿਆਂ ਦੇ ਨਾਲ ਪਾ ਦਿਓ ਉੱਥੇ ਨਰਸਰੀ 'ਚ? ਨਰਸਰੀ 'ਚ। ਅੱਛਾ ਜੀ। ਉਹ ਜੀ ਤੁਹਾਡਾ ਫੰਗਸ ਦਾ ਕੋਰਸ ਮੁਕੰਮਲ ਹੋ ਗਿਆ। ਅੱਛਾ ਜੀ। ਉਸ ਤੋਂ ਬਾਅਦ ਜੀ ਉਹ ਜਦੋਂ ਹੋ ਜੇ 4 ਇੰਚ ਦਾ, ਉਹਨੂੰ ਜ਼ਮੀਨ ਦੇ ਵਿੱਚ ਸ਼ਿਫਟ ਕਰ ਦਿਓ। ਪੌਦਾ 4 ਇੰਚ ਦਾ ਹੋ ਜੀ ਜਾਏ? ਬਿਲਕੁਲ। ਨਹੀਂ, ਕਈ ਕਹਿੰਦੇ 9 ਇੰਚ ਦਾ ਕਰੋ। ਨਹੀਂ ਸਰ, ਹਾਂਜੀ। 1 ਫੁੱਟ ਤੋਂ ਤੇ ਫਰੂਟ ਲੈਂਦਾ। ਅੱਛਾ। ਤੇ ਜਦੋਂ ਤੁਸੀਂ 9 ਇੰਚ ਦਾ ਲਾਓਗੇ ਤੇ ਉਹ 1 ਫੁੱਟ ਤੋਂ ਫਰੂਟ ਨਹੀਂ ਲਏਗਾ। ਇਹ 4 ਇੰਚ ਦਾ ਕਿੰਨੇ ਅਰਸੇ 'ਚ ਹੋ ਜਾਂਦਾ? ਇਹ ਜੀ ਹੋ ਜਾਂਦਾ ਗਰਮੀ ਦੇ ਵਿੱਚ ਹੋ ਜਾਂਦਾ ਇਹ ਤਕਰੀਬਨ 25 ਦਿਨ ਦੇ ਵਿੱਚ। ਅੱਛਾ ਜੀ। ਸਰਦੀ ਦੇ ਵਿੱਚ 1.5 ਮਹੀਨੇ ਦਾ। 1.5 ਮਹੀਨੇ ਦਾ ਜਿਹੜਾ 4 ਇੰਚ ਦਾ ਹੋ ਜੀ ਜਾਂਦਾ। ਬਿਲਕੁਲ। ਉਸ 1.5 ਮਹੀਨੇ ਜਾਂ 25 ਦਿਨ ਦੇ ਵਿੱਚ ਇੱਕ ਤਾਂ ਤੁਸੀਂ ਦੱਸਿਆ ਨਾ ਥਾਇਓਫਨੇਟ ਜਿਹੜੀ ਆ ਉਹ ਰੇਤ 'ਚ ਮਿਲਾ ਕੇ ਇਹਦੇ ਤੇ ਪਾਣੀ ਆ, ਜੀ ਜੀ। ਇਹਦੇ ਤੋਂ ਇਲਾਵਾ ਕੋਈ ਖਾਦ, ਕੋਈ ਸਪਰੇ? ਨਹੀਂ ਸਰ, ਕੋਈ ਨਹੀਂ? ਸਪਰੇ ਇਹਨੂੰ ਮੱਛਰੀ ਆਂਦੀ ਜੇ। ਹਾਂਜੀ। ਮੱਛਰੀ ਦੇ ਵਾਸਤੇ ਅਮੀਡਾ ਪਿੰਕ। ਅਮੀਡਾ ਪਿੰਕ। ਅਮੀਡਾ ਪਿੰਕ 20 ਲੀਟਰ ਵਾਲੀ ਟੈਂਕੀ ਦੇ ਵਿੱਚ 1 ਚਮਚ ਜੀ। ਪਾ ਕੇ ਉਹਨੂੰ ਸਪਰੇ ਕਰ ਦਿਓ। ਅੱਛਾ ਜੀ। 1 ਹਫ਼ਤੇ ਬਾਅਦ ਸਪਰੇ ਕਰਦੇ ਰਹੋ, ਜੀ। ਤੁਹਾਡਾ ਪੌਦਾ ਹੈਲਦੀ। ਹਫ਼ਤੇ ਬਾਅਦ ਉਹ ਕਰਦੇ ਰਹੋ। ਜੀ 4 ਤੋਂ 8 ਹਫ਼ਤੇ ਲੱਗਦੇ ਆ। ਜੀ ਉਹ ਜੀ। ਇੰਨੀਆਂ ਹੀ ਸਪਰੇਆਂ ਹੋਣੀਆਂ? ਹਾਂਜੀ ਬਿਲਕੁਲ। ਉਹਦੀ ਦੁਬਾਰਾ ਮਕਦਾਰ ਦੱਸਣਾ, ਇੱਕ ਟੈਂਕੀ 20 ਲੀਟਰ ਦੀ 'ਚ ਕਿੰਨੀ ਪਾਉਣੀ ਆ? 1 ਚਮਚ ਚਾਹ ਦਾ। ਇੱਕ ਚਾਹ ਵਾਲਾ ਚਮਚ, ਯਾਨੀ ਜੀ। 5 ਗ੍ਰਾਮ 5 ਜਿਹੜੀ। ਗ੍ਰਾਮ ਬਿਲਕੁਲ। ਠੀਕ ਹੋ ਗਿਆ ਜੀ। ਜੀ। ਅੱਛਾ, ਇਹ ਜਿਹੜਾ ਆਂਦੀ ਹੈ ਬਿਮਾਰੀ, ਉਹਨੂੰ ਕੋਈ ਕਹਿੰਦੇ ਵਾਇਰਸ ਆ ਜਾਂ ਜੋ ਵੀ ਆ ਜਾਂ ਫੰਗਸ ਆ, ਇਹ ਕਿਉਂ ਆਂਦੀ ਹੈ? ਜੀ, ਇਹ ਫੰਗਸ ਹੁੰਦੀ ਆ ਸਰ। ਇਹ ਜਦੋਂ ਪੌਦੇ ਨੂੰ ਪਾਣੀ ਲੱਗਦਾ ਉਦੋਂ ਫੰਗਸ ਆਂਦੀ ਆ। ਜੀ। ਤੇ ਇਹਦਾ ਤਰੀਕਾਕਾਰ ਇਹ ਆ ਕਿ ਤੁਸੀਂ ਜਦੋਂ ਜ਼ਮੀਨ ਦੀ ਤਿਆਰੀ ਕਰਨੀ ਆ, ਪੌਦਾ ਲਾਉਣ ਦੇ ਵਕਤ 2 ਕਿਲੋ ਨੀਲਾ ਥੋਥਾ, ਹੂੰ। 1 ਟਾਪਸਨ ਐਮ ਦਾ ਪੈਕਟ, ਜੀ। ਉਹ ਇਹਦੇ ਵਿੱਚ ਤੁਸੀਂ ਪਹਿਲੇ ਪਾਣੀ ਦੇ ਨਾਲ ਫਲੱਡ ਕਰ ਲਿਓ ਤੇ ਤੁਹਾਡਾ ਪੂਰਾ ਸਾਲ ਜਿਹੜਾ ਵਾ ਉਹ ਫੰਗਸ ਨਹੀਂ ਆਏਗੀ। 1 ਏਕੜ ਦੇ ਵਿੱਚ 2 ਜੀ। ਕਿਲੋ ਨੀਲਾ ਥੋਥਾ ਜੀ। ਤੇ ਟਾਪਸਨ ਐਮ ਕਿੰਨੀ? 1 ਪੈਕਟ। 1 ਪੈਕਟ। ਜੀ। ਉਹ ਫਲੱਡ ਕਰ ਦੇਣੀ ਹੈ? ਫਲੱਡ ਕਰ ਦੇਣੀ। ਫੰਗਸ ਦਾ ਇਲਾਜ ਆ? ਫੰਗਸ ਦਾ ਮੁਕੰਮਲ ਇਲਾਜ। ਅੱਛਾ ਜੀ। ਤੇ ਉਹ ਜਿਹੜਾ ਚੂਨਾ ਤੇ ਨੀਲਾ ਥੋਥਾ ਹਾਂਜੀ। ਰਲਾ ਕੇ ਲਾਈਦਾ? ਉਹ ਜੀ ਜਦੋਂ ਪੌਦਾ ਤੁਹਾਡਾ ਤਕਰੀਬਨ 20 ਕਿਲੋ ਫਲ ਲੈ ਜਾਵੇ, ਹਾਂਜੀ। ਉਹ ਤੁਸੀਂ ਲੈ ਲੈਣਾ ਵਾ 2 ਕਿਲੋ ਨੀਲਾ ਥੋਥਾ, ਹਾਂਜੀ। 20 ਕਿਲੋ ਕਲੀ, ਅੱਛਾ ਜੀ। ਇੱਕ ਉਹਦੇ ਵਿੱਚ ਥਾਇਓਫਨੇਟ ਮਿਥਾਈਲ ਦਾ ਪੈਕਟ, ਹਾਂਜੀ। ਉਹਨੂੰ ਹੱਲ ਕਰਕੇ ਤੇ ਉਹਦਾ ਪੇਸਟ ਜਿਹੜਾ ਵਾ ਤਨੇ ਦੇ ਨਾਲ ਜਿਸ ਤਰ੍ਹਾਂ ਇਹ ਕੀਤਾ ਵਾ, ਹਾਂਜੀ। ਇਸੇ ਤਰੀਕੇ ਦੇ ਨਾਲ ਤੁਸੀਂ ਕਰ ਦਿਓ। ਤੁਸੀਂ ਦੱਸਿਆ 2 ਕਿਲੋ ਨੀਲਾ ਥੋਥਾ ਤੇ 20 ਕਿਲੋ ਕਲੀ? ਜੀ ਅੱਛਾ ਜੀ। ਜੀ। 1 ਪੈਕਟ ਥਾਇਓਫਨੇਟ ਮਿਥਾਈਲ ਦਾ। 1 ਪੈਕਟ ਥਾਇਓਫਨੇਟ ਮਿਥਾਈਲ ਦਾ। ਮਿਥਾਈਲ ਦਾ। ਅੱਛਾ ਜੀ। 100 ਲੀਟਰ ਪਾਣੀ ਦੇ ਵਿੱਚ ਜੀ। ਉਹਨੂੰ ਤੁਸੀਂ ਮਿਕਸ ਕਰਕੇ ਹਾਂਜੀ। ਅੱਛੇ ਤਰੀਕੇ ਦੇ ਨਾਲ ਇਹ ਤਨੇ ਦੇ ਨਾਲ ਤੁਸੀਂ ਕਰਨਾ, ਜੀ। ਤੇ ਤਾਂ ਕਿ ਥੱਲੇ ਵੀ ਇਹਦੇ ਚੋਏ ਡਿੱਗ ਜਾਣ, ਅੱਛਾ ਜੀ। ਥੱਲੇ ਤੱਕ ਪਹੁੰਚ ਜਾਵੇ। ਉਹ ਇੱਕ ਕਹਿੰਦੇ ਆ ਜੀ ਕਿ ਉਹ ਨੀਲਾ ਥੋਥਾ ਅਲੱਗਾ ਭਿਉਣਾ ਕਈ ਦਿਨ ਤੇ ਉਹਨੂੰ ਚੂਨੇ ਨੂੰ ਅਲੱਗਾ? ਸਰ, ਉਹ ਨੀਲਾ ਥੋਥਾ ਡਲੀ ਵਾਲਾ ਹੁੰਦਾ ਜਿਹੜਾ ਕਈ ਦਿਨ ਭੇਣਾ ਪੈਂਦਾ। ਤੁਸੀਂ ਇਟਲੀ ਦਾ ਜਾਂ ਤਾਇਵਾਨ ਦਾ ਨੀਲਾ ਥੋਥਾ ਲਓ, 400 ਰੁਪਏ ਕੇਜੀ ਆ। ਅੱਛਾ ਜੀ। 1 ਘੰਟੇ 'ਚ ਹੱਲ ਹੋ ਜਾਂਦਾ। ਠੀਕ ਹੈ ਜੀ। ਜੀ। ਉਹ ਤੁਸੀਂ ਲਾਤਾ, ਉਹ
ਕਿੰਨੇ ਦਿਨ ਬਾਅਦ ਉਹ ਇੱਕੋ ਵਾਰ ਹੀ ਕਰਨਾ ਉਹ ਸਾਲ ਦੇ ਵਿੱਚ 2 ਦਫਾ। ਸਾਲ ਦੇ ਵਿੱਚ 2 ਜੀ। ਦਫਾ। ਉਹਦੇ ਤੋਂ ਇਲਾਵਾ ਇਹਨੂੰ ਖਾਦਾਂ ਕਿਹੜੀਆਂ ਪੈਂਦੀਆਂ? ਖਾਦਾਂ ਸਰ ਇਹਨੂੰ ਲਾਉਣ ਦੇ ਵਕਤ ਇੱਕ ਬੋਰੀ ਡੀਏਪੀ ਦੀ, ਇੱਕ ਨਾਈਟ੍ਰੋਫਾਸ ਦੀ ਥੱਲੇ ਇਹਦੇ ਪਾ ਦੇਣੀ ਆ। ਅੱਛਾ ਜੀ। ਜਦੋਂ ਪੌਦਾ ਲਾ ਦੇਣਾ ਵਾ, ਹਾਂਜੀ ਪੌਦਾ ਲਾਉਣ ਤੋਂ ਬਾਅਦ ਜਦੋਂ 5 ਤੋਂ 6 ਪੱਤੇ ਬਣਾ ਲਵੇ, ਹਾਂਜੀ। ਫਿਰ ਉਹਨੂੰ ਹਰ ਪਾਣੀ ਦੇ ਉੱਤੇ 10 ਕਿਲੋ ਨਾਈਟ੍ਰੋਫਾਸ ਲਿਕਵਿਡ ਫਲੱਡ ਕਰਦੇ ਜਾਓ। ਉਹ ਜਿਹੜੀ ਖਾਦ ਹੁੰਦੀ ਉਹਦਾ ਲਿਕੁਇਡ ਬਣਾਉਣਾ ਜਾਂ ਲਿਕੁਇਡ ਲੱਭ ਜਾਂਦੀ ਹੈ ਨਾਈਟ੍ਰੋਫਾਸ? ਖਾਦ ਦਾ ਲਿਕਵਿਡ ਬਣਾਉਣਾ। ਅੱਛਾ 10 ਕਿਲੋ ਖਾਦ ਫੀ ਏਕੜ ਲਿਕੁਇਡ ਬਣਾ ਕੇ ਫਲੱਡ ਕਰ ਦੇਣੀ? ਫਲੱਡ ਕਰ ਦੇਣੀ। ਠੀਕ ਹੈ ਜੀ। ਇੱਕ ਬੋਰੀ ਲਾਣ ਲੱਗਿਆ ਡੀਏਪੀ ਦੀ, ਇੱਕ ਨਾਈਟ੍ਰੋਫਾਸ, ਇੱਕ ਨਾਈਟ੍ਰੋਫਾਸ ਦੀ। ਉਹਦੇ ਤੋਂ ਬਾਅਦ ਹਰ ਪਾਣੀ ਦੇ ਨਾਲ ਜੀ 10 ਕਿਲੋ ਨਾਈਟ੍ਰੋਫਾਸ ਜੀ। ਤੇ ਪਾਣੀ ਕਿੰਨੇ ਦਿਨਾਂ ਬਾਅਦ ਲਾਣਾ? ਹਫਤੇ ਬਾਅਦ। ਹਫਤੇ ਬਾਅਦ ਪਾਣੀ ਲਾਣਾ। ਨਾਲੇ ਕਹਿੰਦੇ ਪਾਣੀ ਨਾਲ ਗਲ ਜਾਂਦਾ, ਪਾਣੀ ਲਾਓ ਸਰ ਨਾ। ਪਾਣੀ ਤੁਹਾਡਾ ਤਣੇ ਤੱਕ ਨਹੀਂ ਨਾ ਪਹੁੰਚਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਆ ਵੱਟਾਂ ਬਣਾਈਆਂ ਜੀ ਬਿਲਕੁਲ ਇਸ ਤਰ੍ਹਾਂ ਉਹਦੀਆਂ ਵੱਟਾਂ ਬਣ ਜਾਣਗੀਆਂ। ਹਾਂਜੀ। ਥੱਲੇ ਖਾਲੀ ਦੇ ਵਿੱਚ ਪਾਣੀ ਲੱਗੇਗਾ, ਇਹਨੂੰ ਕੋਈ ਨੁਕਸਾਨ ਨਹੀਂ। ਇਹ ਪੌਦੇ ਤੋਂ ਪੌਦਾ ਕਿੰਨਾ ਫਾਸਲਾ ਰੱਖਣਾ? 5 ਫੁੱਟ ਜੀ। ਇੱਕ ਪੌਦੇ ਤੋਂ ਦੂਸਰੇ ਪੌਦੇ ਦਾ ਫਾਸਲਾ 5 ਫੁੱਟ। ਹਾਂਜੀ 5 ਫੁੱਟ ਬੈੱਡ ਵਿੱਚ ਰੱਖ ਲੈਣਾ ਜੀ ਤੁਸੀਂ 9 ਫੁੱਟ ਦਾ। ਇਹ ਜਿਹੜਾ ਬੈੱਡ ਆ ਲਾਈਨ ਤੋਂ ਲਾਈਨ 9 ਫੁੱਟ ਜੀ। ਉਹਦੇ ਵਿੱਚੋਂ ਟਰੈਕਟਰ ਲੰਘ ਜਾਂਦਾ ਆਸਾਨੀ? ਟਰੈਕਟਰ ਲੰਘ ਜਾਂਦਾ ਜੀ ਉਹਦੇ ਵਿੱਚ। ਲੇਕਿਨ ਇਹ ਤੁਹਾਡਾ ਲਾਈਨ ਤੋਂ ਲਾਈਨ ਤੇ 9 ਫੁੱਟ ਆ, ਲੇਕਿਨ ਥੱਲੇ ਘੱਟ ਆ। ਇਹਦੇ ਤੋਂ ਬਾਂਹਦੇ ਕਾਦੇ ਨਾਲ ਆ ਤੁਸੀਂ? ਟਰੈਕਟਰ ਨਾਲ। ਟਰੈਕਟਰ ਨਾਲ ਕੀ ਹੱਲਾਂ ਵਿੱਚੋਂ ਕੱਢ ਲੈਂਦੇ? ਜੀ ਜੀ। ਅੱਛਾ ਹੱਲਾਂ ਵਿੱਚੋਂ ਕੱਢ ਕੇ ਤੇ ਵਗ ਜਾਂਦਾ। ਜੀ ਬਿਲਕੁਲ। ਠੀਕ ਹੋ ਗਿਆ ਜੀ। ਤੇ ਇਹ ਤੁਸੀਂ ਖਾਦ ਦੱਸ ਦਿੱਤੀ, ਜੀ ਇਹਦੀ ਫੰਗਸ ਦੀ ਵਜ੍ਹਾ ਦੱਸ ਦਿੱਤੀ, ਪਾਣੀ ਜ਼ਿਆਦਾ ਲੱਗਦਾ। ਜੀ ਜੀ ਬਿਲਕੁਲ। ਉਹਦਾ ਤੁਸੀਂ ਇਲਾਜ ਦੱਸ ਦਿੱਤਾ। ਬਿਲਕੁਲ। ਇਹਦੇ ਇਲਾਵਾ ਸਰ ਫੰਗਸ ਦਾ ਹੀ ਇਹਨੂੰ ਅਟੈਕ ਹੁੰਦਾ। ਗਰਮੀ ਦੇ ਵਿੱਚ ਇਹਦੇ ਪੱਤੇ ਨੂੰ ਉੱਤੇ ਡੌਨੀ ਆਉਂਦੀ ਆ। ਅੱਛਾ ਜੀ। ਡੌਨੀ ਵਾਸਤੇ ਇਹਨੂੰ ਸਪਰੇਅ ਕੀਤੀ ਜਾਂਦੀ ਹੈ, ਜਿਹੜੀ ਰਿਵਰਸ ਕਰ ਲਓ ਜੀ ਜਾਂ ਰੈਡੋਮਿਲ ਗੋਲਡ ਕਰ ਲਓ। ਹਾਂਜੀ। ਇਹ ਸਪਰੇਵਾਂ ਇਹਦੇ ਵਾਸਤੇ ਅੱਛੀਆਂ। ਇਹਦੀ ਫਰੂਟਿੰਗ ਵਾਸਤੇ ਇਜ਼ਾਬਿਆਨ ਜੀ ਟਾਨਿਕ ਦੀਆਂ ਸਪਰੇਵਾਂ ਜਿਹੜੀਆਂ ਉਹ ਇਹਦੇ ਵਾਸਤੇ ਬਿਹਤਰੀਨ ਆ। ਉਸ ਤੋਂ ਬਾਅਦ ਇਹਨੂੰ ਆਉਂਦੀ ਹੈ ਜੀ ਮੱਖੀ। ਜੀ। ਮੱਖੀ ਵਾਸਤੇ ਇਹਨੂੰ ਅਸੀਂ ਜਿਹੜੀ ਸਪਰੇਅ ਉਹ ਮੱਖੀ ਵਾਸਤੇ ਕੋਈ ਵੀ ਸਪਰੇਅ ਤੁਸੀਂ ਕਰ ਸਕਦੇ। ਜਿਹੜੀ ਮੱਖੀ ਦੀ ਆਂਦੀ ਹੈ ਸਪਰੇਅ, ਅਸੀਂ ਤੇ ਇਹਨੂੰ ਡਿਪ ਟ੍ਰੈਸ ਕਰਦੇ ਹਾਂ। ਤੁਸੀਂ ਡਿਪ ਟ੍ਰੈਸ ਕਰਦੇ ਹੋ? ਮੱਖੀ ਦੀ ਮਹਿਕਮਾ ਜ਼ਰਾਤ ਦੇ ਮਸ਼ਵਰੇ ਨਾਲ ਵੀ ਹੋ ਸਕਦੀ ਆ। ਉਹ ਜਿਹੜੀ ਅੱਛੀ ਸਪਰੇਅ ਸੇਮ ਹੀ ਯੂਜ਼ ਕਰਨ ਉਹ ਉਹਨੂੰ ਤੁਸੀਂ ਕਰ ਸਕਦੇ। ਠੀਕ ਹੈ। ਇਹ ਤੁਸੀਂ ਕਿਹੜੀ ਵੈਰਾਈਟੀ ਲਾਈ ਹੈ? ਅਸੀਂ ਰੈੱਡ ਲੇਡੀ ਲਾਈ ਜੀ। ਤੁਸੀਂ ਰੈੱਡ ਲੇਡੀ ਕਿਉਂ ਲਾਈ ਹੈ? ਦੇਸੀ ਕਿਉਂ ਨਹੀਂ ਲਾਇਆ ਜਾਂ ਉਹ ਦੂਸਰੀਆਂ ਕਿਉਂ ਨਹੀਂ ਲਾਈਆਂ? ਅਸੀਂ ਸਰ ਰੈੱਡ ਲੇਡੀ ਲਾਈ ਹੈ, ਸੈਂਟਾ ਵੀ ਲਾਇਆ ਵਾ। ਅੱਛਾ। ਤੇ ਸੈਂਟਾ ਇੱਥੇ ਮੇਰੇ ਕੋਲ ਮੌਜੂਦ ਨਹੀਂ ਹੈ, ਵਾਗੇ ਬਾਰਡਰ ਲੱਗਾ ਹੋਇਆ ਸੈਂਟਾ। ਅੱਛਾ ਵਾਗਾ ਸਾਈਡ ਤੇ ਤੁਸੀਂ ਲਾਇਆ? ਵਾਗਾ ਸਾਈਡ ਤੇ। ਅੱਛਾ ਜੀ। ਤੇ ਮਾਸ਼ਾਅੱਲਾ ਅੱਛੀ ਫਰੂਟਿੰਗ ਉਹਦੀ ਵੀ ਜ਼ਬਰਦਸਤ ਹੈ। ਇਸ ਟਾਈਮ ਉਹ 3 ਸਾਲ ਦਾ ਪੌਦਾ ਹੋ ਗਿਆ। ਮਾਸ਼ਾਅੱਲਾ। ਤੇ ਦੇ ਰਿਹਾ ਫਲ? ਜੀ ਦੇ ਠੀਕ ਠਾਕ? ਬਿਲਕੁਲ ਜੀ ਠੀਕ ਠਾਕ ਦੇ ਰਿਹਾ। ਅੱਛਾ ਜੀ। ਤੇ ਇਹ ਜਿਹੜੇ ਪੌਦੇ ਕਿੰਨੇ ਚਿਰ ਦੇ ਹੋ ਗਏ? ਇਹ 1 ਸਾਲ ਦੇ ਹੋ ਗਿਆ ਜੀ। ਇਹ ਮਾਰਚ ਦੀ 15 ਤਰੀਕ ਨੂੰ ਅਸੀਂ ਪੌਦਾ ਜ਼ਮੀਨ ਦੇ ਵਿੱਚ ਸ਼ਿਫਟ ਕੀਤਾ ਸੀ। ਠੀਕ ਹੈ ਜੀ। ਮਾਰਚ ਪਿਛਲੇ ਸਾਲ 2018 ਚ ਲਾਇਆ ਸੀ, ਹੁਣ ਮਾਰਚ 2019 ਆ ਗਿਆ। ਜੀ ਬਿਲਕੁਲ। ਅੱਜ 25 ਮਾਰਚ ਹੋ ਗਈ 2019 ਦੀ। ਤੁਸੀਂ 1 ਸਾਲ ਦੇ ਵਿੱਚ ਇਹਦੇ ਚੋਂ ਤਕਰੀਬਨ ਕਿੰਨੀਆਂ ਫਲ ਲੈ ਲਿਆ? ਇਹ ਸਰ ਸਾਨੂੰ ਤਕਰੀਬਨ 1 ਮਹੀਨਾ ਹੋਇਆ ਫਰੂਟਿੰਗ ਇਹਦੀ ਸ਼ੁਰੂ ਹੋਈ ਨੂੰ। ਸਰਦੀ ਤੋਂ ਬਾਅਦ? ਜੀ ਜੀ ਸਰਦੀ ਤੋਂ। ਵੈਸੇ ਅਸੀਂ ਦਸੰਬਰ ਦੀ 15 ਤਰੀਕ ਤੋਂ ਇਹਦੀ ਪਿਕਿੰਗ ਸ਼ੁਰੂ ਕੀਤੀ ਆ। ਪਹਿਲੀ ਪਿਕਿੰਗ ਅਸੀਂ 70 ਕਾਰਟਨ ਦੀ ਕੀਤੀ 2 ਏਕੜ ਦੇ ਵਿੱਚੋਂ। ਅੱਛਾ ਜੀ। ਇਸ ਟਾਈਮ ਤੱਕ ਅਸੀਂ ਇਸ 2 ਏਕੜ ਦੇ ਵਿੱਚੋਂ ਤਕਰੀਬਨ 12-1300 ਕਾਰਟਨ ਜਿਹੜਾ ਵਾ ਪਿਕਿੰਗ ਕਰ ਲਈ ਹੈ। 2 ਏਕੜ 12-1300 ਕਾਰਟਨ ਪਿਕਿੰਗ ਕਰ ਰਹੀ ਹੈ। ਬਿਲਕੁਲ। ਐਵਰੇਜ ਰੇਟ ਕੀ ਰਹਿੰਦਾ ਇਹਦਾ? ਜਿਹੜਾ ਜੀ ਪੂਰੇ ਸਾਲ ਦਾ ਐਵਰੇਜ ਰੇਟ ਆ ਉਹ ਆ ਜਾਂਦਾ 550। ਐਵਰੇਜ ਜਿਹੜਾ 550 550 ਤੇ ਸਾਲ ਦੇ ਵਿੱਚ ਅੰਦਾਜ਼ਨ 1 ਏਕੜ ਚੋਂ ਕਿੰਨੇ ਕਰੇਟ ਨਿਕਲ ਜਾਂਦੇ ਆ? ਇਹ 1 ਸਾਲ ਦੇ ਵਿੱਚ ਜੀ ਤਕਰੀਬਨ ਇੱਕ ਪੌਦਾ ਜਿਹੜਾ ਨਾ 4 ਕਰੇਟ ਕੱਢ ਦਿੰਦਾ। 1 ਮਣ ਕੱਢ ਦਿੰਦਾ? 1 ਮਣ ਕੱਢ ਦਿੰਦਾ ਜੀ। ਠੀਕ ਹੋ ਗਿਆ ਜੀ। ਇਹ ਜੀ ਹੁਣ ਜਮਾ ਤਫਰੀਕ ਆਪ ਕਰ ਲੈਣਾ ਜੀ ਬਿਲਕੁਲ ਕਿ 1000 ਪੌਦਾ ਜੀ ਇੱਕ ਪੌਦੇ ਨਾਲੋਂ 40 ਕਿਲੋ ਜੀ ਸਾਲ ਦੇ ਵਿੱਚ ਨਿਕਲਦਾ। ਐਵਰੇਜ ਜਿਹੜੀ ਇਹਨਾਂ ਦੀ ਰਹੀ ਆ ਉਹ 550 ਰਹੀ ਆ। ਜੀ ਜੀ ਠੀਕ ਹੋ ਗਿਆ ਜੀ। ਤੇ ਇਹ ਜਿਹੜਾ ਹੈ ਜੀ ਖਰਚਾ, ਇੱਕ ਜਿਹੜੀ ਅਹਿਮ ਚੀਜ਼ ਹੈ ਨਾ ਜੀ, ਉਹ ਹੈਗਾ ਖਰਚਾ। ਜੀ। ਪਨੀਰੀ ਜਿਹੜੀ ਲਾ ਲੈਣੀ ਉਹ ਤਾਂ ਕੋਈ ਕਮਾਲ ਨਹੀਂ, ਉਹਦੇ ਤੋਂ ਬਾਅਦ ਇਹਨੂੰ ਸਾਂਭਣਾ 1 ਸਾਲ ਫਲ ਆਣੇ ਤੱਕ ਕਿੰਨਾ ਕੁ ਖਰਚਾ 1 ਏਕੜ ਚ ਆ ਜਾਂਦਾ ਜੀ? ਇਹ ਸਰ ਪਨੀਰੀ ਸ਼ਿਫਟ ਕਰਨ ਤੋਂ ਲੱਗ ਕੇ ਪਿਕਿੰਗ ਤੱਕ ਜੀ, ਅਗਰ ਆਪ ਪਨੀਰੀ ਤਿਆਰ ਕਰਦੇ ਆ ਤੇ 1 ਲੱਖ ਰੁਪਏ 1 ਕਿੱਲੇ ਦਾ ਖਰਚਾ। 1 ਲੱਖ ਅਗਰ ਪਨੀਰੀ ਆਪ ਤਿਆਰ ਕਰਦੇ, ਅਗਰ ਮੁੱਲ ਲਈਏ, ਅਗਰ ਤੁਸੀਂ ਮੁੱਲ ਲੈਣੇ ਆ ਤੇ ਫਿਰ ਤੁਹਾਡਾ ਤਕਰੀਬਨ 1.5 ਲੱਖ ਰੁਪਇਆ 1.5 ਲੱਖ ਰੁਪਇਆ ਦਾ ਬੰਦੋਬਸਤ ਕਰਕੇ ਜੀ ਫਿਰ ਇੱਕ ਪੈਲੀ ਲਾ ਦਿਓ। ਅੱਛਾ ਜੀ। ਔਰ 1.5 ਲੱਖ ਰੁਪਇਆ ਜਿਹੜੀ ਪੈਲੀ ਤੇ ਖਰਚਾ ਹੋਣਾ ਉਹਨੇ ਬਿਲਕੁਲ ਪਰਫੈਕਟ ਹੋਣਾ ਵਾ, ਜ਼ਬਰਦਸਤ ਕਿਸਮ ਦੀ। ਅੱਛਾ ਜੀ। ਤੇ ਉਹ ਉਸ ਜਿਹੜੇ 6 ਮਹੀਨੇ ਲੱਗ ਜਾਂਦੇ ਮੇਰੇ ਖਿਆਲ ਫਲ ਆਉਣ ਦੇ ਵਿੱਚ? 8 ਮਹੀਨੇ ਦੇ ਵਿੱਚ ਪਿਕਿੰਗ ਕਰਵਾ ਦਿੰਦਾ ਜੀ। 8 ਮਹੀਨੇ ਦੇ ਵਿੱਚ ਉਹਦੇ ਵਿੱਚ ਕੋਈ ਇਹਤਿਆਤਾਂ ਤੁਸੀਂ ਦੱਸੋਗੇ ਕਿ ਆਹ ਇਹਤਿਆਤ ਕਰਨੀ ਚਾਹੀਦੀ ਹੈ? ਜੀ ਉਹਦੇ ਵਿੱਚ ਇਹਨੂੰ ਪਾਣੀ ਜਦੋਂ ਤੁਸੀਂ ਲਾਣਾ ਗਰਮੀ ਨੂੰ, ਹਾਂਜੀ, ਉਹਦਾ ਨੂੰ ਸ਼ਾਮ ਦੇ ਵਕਤ ਲਾਣਾ। ਪਾਣੀ ਸ਼ਾਮ ਦੇ ਵਕਤ ਲਾਣਾ ਗਰਮਾਂ ਦੇ ਮੌਸਮ 'ਚ, ਉਹਦੀ ਵਜ੍ਹਾ?
ਉਹਦੀ ਵਜ੍ਹਾ ਹੈ ਜੀ ਦਿਨ ਦੇ ਵਕਤ ਹੀਟ ਹੁੰਦੀ ਆ, ਸੂਰਜ ਦੀ ਵੀ ਤਪਸ਼ ਹੁੰਦੀ ਆ, ਪਾਣੀ ਉਬਾਲਾ ਖਾਂਦਾ, ਜੀ ਉਬਾਲਾ ਖਾਣ ਦੀ ਵਜ੍ਹਾ ਤਾਂ ਜੜ ਦਾ ਫੰਗਸ ਬਣਦਾ ਠੀਕ ਹੋ ਗਿਆ। ਜੀ। ਇਹ ਹੋ ਗਿਆ ਜੀ ਇਹ। ਤੇ ਸਰਦੀਆਂ ਨੂੰ ਪਾਣੀ ਕਿੱਦਾਂ ਲਾਣਾ? ਸਰਦੀਆਂ ਨੂੰ ਜੀ ਇਹਨੂੰ 15 ਦਿਨ ਤੋਂ ਬਾਅਦ ਪਾਣੀ ਲਾਈਦਾ ਵਾ, ਅੱਛਾ ਜੀ। ਕਿਉਂਕਿ ਸਰਦੀ ਦੇ ਵਿੱਚ ਵੈਸੇ ਨਮੀ ਕਾਫੀ ਹੁੰਦੀ ਆ, ਹਾਂਜੀ। ਤੇ 15 ਦਿਨ ਤੋਂ ਬਾਅਦ ਅਸੀਂ ਇਹਨੂੰ ਪਾਣੀ ਲਾਈਦਾ। ਉਹ ਭਾਵੇਂ ਦਿਨੇ ਲੱਗੇ ਭਾਵੇਂ ਰਾਤ ਭਾਵੇਂ ਲੱਗੇ, ਦਿਨੇ ਲੱਗੇ ਭਾਵੇਂ ਰਾਤ, ਵੈਸੇ ਠੰਡ ਤੇ ਹੁੰਦੀ ਜੇ ਬਾਰਿਸ਼ਾਂ ਹੁਣ ਨਾ ਲਾਓ। ਜੀ। ਮੈਨੂੰ ਇਸ ਬਾਗ ਦੇ ਵਿੱਚ ਤਕਰੀਬਨ 1 ਮਹੀਨਾ ਹੋ ਗਿਆ ਹਾਂਜੀ। ਪਾਣੀ ਲਾਏ ਨੂੰ, ਬਾਰਿਸ਼ਾਂ ਹੁੰਦੀਆਂ ਰਹੀਆਂ, ਪਾਣੀ ਲਾਉਣ ਦੀ ਜ਼ਰੂਰਤ ਨਹੀਂ ਪਈ ਹਜੇ ਵੀ ਗਿੱਲਾ ਹੈ ਜੀ, ਹਜੇ ਵੀ ਗਿੱਲਾ। ਜਦੋਂ ਅਸੀਂ ਇਹਨੂੰ ਖਾਦ ਪਾਉਣੀ ਹੁੰਦੀ ਆ, ਪਤਾ ਸਾਨੂੰ ਬਾਰਿਸ਼ ਦੱਸੀ, ਅਸੀਂ ਮੁੱਢਾਂ ਨਾਲ ਖਾਦ ਸੁੱਟ ਦਿੱਤੀ, ਉੱਤੋਂ ਬਾਰਿਸ਼ ਪੈ ਜਾਂਦੀ। ਇਹ ਖਾਦ ਮੁੱਢਾਂ ਨਾਲ ਸਿੱਟਦੇ ਜੇ ਖਾਲੀਆਂ 'ਚ ਸਿੱਟਦੇ ਆ? ਖਾਲੀਆਂ 'ਚ ਇਸ ਜਗ੍ਹਾ ਤੇ। ਜਰਾ ਹੱਥ ਲਾ ਕੇ ਦੱਸੋ ਜੀ ਉੱਥੇ ਇਹ ਕਿਹੜੀ ਜਗ੍ਹਾ ਤੇ? ਇਹ ਮੁੱਢਵਾ, ਹਾਂਜੀ। ਇਹ ਖਾਲੀ, ਇੱਥੇ ਅਸੀਂ ਖਾਦ ਪਾ ਦੇਣੀ। ਠੀਕ ਹੈ ਜੀ। ਹਾਂਜੀ। ਉਹ ਆਪੇ ਫਿਰ ਰੇਜ ਦੇ ਨਾਲ ਰੇਂਜ ਚਲੇ। ਦੇ ਨਾਲ ਜੀ ਉਹ ਅੱਗੇ ਪਹੁੰਚ ਜਾਂਦੀ। ਇਹ ਠੀਕ ਹੋ ਗਿਆ ਜੀ। ਜੀ ਜੀ। ਇਹ ਹੋ ਗਿਆ ਖਾਦ ਦਾ ਜੀ ਤਰੀਕਾ, ਇਹਦੀ ਹਿਫਾਜ਼ਤ ਦਾ ਤਰੀਕਾ। ਇੱਕ ਅਹਿਮ ਸਵਾਲ ਹੈ ਜੀ ਹੁਣ ਜਿਹੜਾ ਆ ਉਹ ਹੈਗਾ ਇਹਦੀ ਪਿਕਿੰਗ, ਇਹਨੂੰ ਤੋੜਨਾ ਜਿਹੜਾ, ਉਦੋਂ ਕੀ ਇਹਤਿਆਤਾਂ ਕਰਨੀਆਂ ਚਾਹੀਦੀਆਂ? ਸਰ ਇਹਦੀ ਪਿਕਿੰਗ ਜਦੋਂ ਹੁੰਦੀ ਆ, ਉਦੋਂ ਪੌਦਾ ਇੱਕ ਕਲਰ ਫੜਦਾ, ਹਾਂਜੀ। ਹਲਕਾ ਜਿਹਾ ਪੀਲਾ ਹੋ ਜਾਂਦਾ ਇੱਕ ਸਾਈਡ ਤੋਂ ਇੱਕ ਸਾਈਡ ਤੋਂ। ਜੀ। ਇਹਨਾਂ ਮੇਰਾ ਖਿਆਲ ਇਸ ਖੇਤ 'ਚੋਂ ਤੁਸੀਂ ਪਿਕਿੰਗ ਕਰ ਲਈ ਆ? ਜੀ ਇਹਦੇ ਵਿੱਚੋਂ ਅਸੀਂ ਸਾਰੇ ਦੇ ਵਿੱਚੋਂ ਪਿਕਿੰਗ ਕਰ ਲਈ ਆ। ਹੁਣ ਵੈਸੇ ਉਹ ਅਗਲੇ ਪਾਸੇ ਹੈ ਕੁਝ ਜੀ। ਲਾਈਨਾਂ ਰਹਿੰਦੀਆਂ ਨੇ ਜਿਹੜੀਆਂ ਤੋੜਨ ਵਾਲੀਆਂ ਨੇ, ਠੀਕ ਹੈ ਜੀ। ਤੇ ਪੌਦਾ ਹਲਕਾ ਜਿਹਾ ਕਲਰ ਚੇਂਜ ਕਰਦਾ, ਤੇ ਉਦੋਂ ਅਸੀਂ ਇਹਨੂੰ ਤੋੜ ਲਈਦਾ। ਤੋੜਨ ਲੱਗਿਆ ਕੋਈ ਇਹਤਿਆਤ? ਕੋਈ ਇਹਤਿਆਤ ਨਹੀਂ ਜੀ। ਨਹੀਂ, ਕਈ ਕਹਿੰਦੇ ਨਾ ਇਹਦਾ ਦੁੱਧ ਨਹੀਂ ਉੱਤੇ ਡਿੱਗਣਾ ਚਾਹੀਦਾ, ਉਹ ਜਿਹੜਾ ਸਰ ਕੋਈ ਮਸਲਾ ਨਹੀਂਗਾ। ਅੱਛਾ ਜੀ। ਨਹੀਂ, ਨੋ ਪ੍ਰੋਬਲਮ। ਤੇ ਫਿਰ ਇਹਨੂੰ ਪੈਕਿੰਗ ਕਿੱਦਾਂ ਕਰਨੀ ਹੈ? ਹਾਂਜੀ, ਇਹਨੂੰ ਅਸੀਂ ਇਕੱਠਾ ਕਰ ਲਈਦਾ ਇੱਕ ਜਗ੍ਹਾ ਤੇ, ਹਰ ਦਾਣਾ ਅਖਬਾਰ ਦੇ ਵਿੱਚ ਲਪੇਟ ਕੇ ਅਲੱਗਾ ਅਲੱਗਾ? ਅਲੱਗਾ। ਅੱਛਾ ਜੀ। ਉਹਨੂੰ ਅਸੀਂ ਥੱਲੇ ਜੀ, ਉਹ ਤੁਹਾਡੇ ਸਾਈਜ਼ ਦੇ ਮੁਤਾਬਕ ਹਾਂਜੀ। ਜਿੰਨੇ ਦਾਣੇ ਥੱਲੇ ਲੱਗਣ, ਹਾਂਜੀ। ਉਸ ਤੋਂ ਬਾਅਦ ਉੱਤੇ ਅਖਬਾਰ ਰੱਖ ਕੇ, ਪਰਾਲੀ ਰੱਖ ਕੇ, ਫਿਰ ਅਖਬਾਰ ਰੱਖ ਕੇ, ਹਾਂਜੀ। ਉੱਤੇ ਉਹਦੇ ਜੀ ਤੁਸੀਂ ਤੁਹਾਡੇ ਸਾਈਜ਼ ਦੇ ਮੁਤਾਬਕ ਜਿੰਨੇ ਤੁਹਾਡੇ ਦਾਣੇ ਲੱਗਣ, ਹਾਂਜੀ। ਅਖਬਾਰ ਲਪੇਟ ਕੇ ਰੱਖ ਕੇ, ਤੇ ਉੱਤੇ ਅਖਬਾਰ ਰੱਖ ਕੇ, ਪਰਾਲੀ ਰੱਖ ਕੇ ਉਹਨੂੰ ਪੈਕ ਕਰ ਦਿਓ। ਠੀਕ ਹੈ ਜੀ। ਗਰਮੀ ਦੇ ਵਿੱਚ ਜੀ ਇੱਕ ਪੁੜੀ ਲਾਣੀ ਇਹਨੂੰ ਅੰਬ ਵਾਲੀ। ਅੱਛਾ ਜੀ। ਉਹ ਜਿਹੜਾ ਅੰਬ ਤੇ ਮਸਾਲਾ ਜੀ, ਲਾਈਦਾ, ਮਸਾਲਾ। ਉਹ ਜਿਹੜਾ ਸਾਈਕਲਾਂ ਵਾਲੇ ਬਿਲਡਿੰਗ ਤੇ ਇਸਤੇਮਾਲ ਸਰ, ਕਰਦੇ, ਉਹ ਉਹ ਨਹੀਂ। ਹੁੰਦਾ ਜਾਂ ਹੋਰ ਹੁੰਦਾ? ਇਹ ਹੋਰ ਚਾਈਨਾ ਦਾ ਮਸਾਲਾ। ਅੱਛਾ, ਇਹ ਚਾਈਨਾ ਦਾ ਮਸਾਲਾ। ਹਾਂਜੀ। ਠੀਕ ਹੈ ਗਰਮੀ ਜੀ। ਨੂੰ ਇੱਕ ਪੁੜੀ ਲਾਣੀ, ਹਾਂਜੀ। ਸਰਦੀ ਨੂੰ 4 ਪੁੜੀਆਂ ਲਾਣੀਆਂ ਜੀ। ਠੀਕ ਹੈ ਜੀ। ਹਾਂਜੀ, ਸਰਦੀ ਨੂੰ ਇਹ ਹੀਟ ਨਾਲ ਪੱਕਦਾ, ਹਾਂਜੀ। ਗਰਮੀ ਨੂੰ ਅੱਜ ਤੋੜੋ ਕੱਲ ਨੂੰ ਪੱਕ ਜਾਂਦਾ। ਕੱਲ ਨੂੰ ਪੱਕ ਜਾਂਦਾ। ਇੱਕ ਪੁੜੀ ਕਾਫੀ ਹੁੰਦੀ ਹੈ? ਕਾਫੀ ਹੁੰਦੀ। ਇੱਕ ਪੁੜੀ ਤਕਰੀਬਨ 1 ਚਮਚੀ ਦੇ ਬਰਾਬਰ ਹੁੰਦੀ ਹੈ? ਜੀ ਤਕਰੀਬਨ। ਹਾਂ, ਛੋਟੀ ਚਮਚੀ ਤੋਂ ਵੈਸੇ ਚਾਹ, ਅੱਧੀ ਚਮਚੀ ਹੁੰਦੀ। ਛੋਟੀ ਚਾਹ ਵਾਲੀ ਚਮਚੀ ਦੇ ਜੀ, ਬਰਾਬਰ। ਜੀ, ਅੱਧੀ ਚਮਚ ਲਾ ਲਓ ਤਕਰੀਬਨ। ਅੱਛਾ ਜੀ। ਜੀ। ਅੱਛਾ, ਉਹ ਵਿੱਚ ਹੀ ਜ਼ਿਕਰ ਇਹ ਹੋ ਗਿਆ, ਇੱਕ ਗੱਲਾਂ ਕਰਦੇ ਸੀ ਕੋਈ ਭੱਠੀ ਦੀ ਆ, ਉਹ ਭੱਠੀ ਕੀ ਹੁੰਦੀ ਹੈ? ਸਰ ਉਹ ਭੱਠੀ ਕਿਹਾ ਜਾਂਦਾ ਵਾ, ਵੈਸੇ ਉਹ ਭੱਠੀ ਹੁੰਦੀ ਨਹੀਂ। ਹਾਂਜੀ। ਉਹ ਤੁਸੀਂ ਇੱਕ ਕਮਰਾ ਬੰਦ ਬਣਾਓ, ਅੱਛਾ ਜੀ। ਉਹਦੇ ਵਿੱਚ ਆਪਣਾ ਮਾਲ ਜੋੜੋ, ਹਾਂਜੀ। ਉਹਦੇ ਵਿੱਚ ਚਾਹੇ ਤੇ ਤੁਸੀਂ ਕੋਲਾ ਪਖਾ ਕੇ ਕਿਸੇ ਬੱਠਲ ਦੇ ਵਿੱਚ ਹੂੰ। ਤੁਸੀਂ ਅੰਦਰ ਰੱਖ ਸਕਦੇ ਹੋ। ਅਗਰ ਹਾਂਜੀ। ਤੁਹਾਡੇ ਕੋਲ ਬਿਜਲੀ ਦਾ ਬੰਦੋਬਸਤ ਹੈ ਤੇ ਉਹਦੇ ਵਿੱਚ ਤੁਸੀਂ 5000 ਵਾਟ ਦਾ ਹੀਟਰ ਲਾ ਦਿਓ। ਹਾਂਜੀ। ਉਹ 3 ਘੰਟੇ ਰਾਤ ਨੂੰ ਚਲਾਤਾ, 3 ਘੰਟੇ ਦਿਨੇ ਚਲਾਤਾ, 3 ਦਿਨ ਦੇ ਵਿੱਚ ਮਾਲ ਤਿਆਰ ਹੋ ਜਾਂਦਾ। ਕਿੰਨਾ ਕਮਰਾ ਗਰਮ ਹੋਣਾ ਚਾਹੀਦਾ ਉਹ? ਕਮਰੇ ਦਾ ਟੈਂਪਰੇਚਰ ਜਿਹੜਾ ਉਹ ਜੀ ਤਕਰੀਬਨ 20 ਡਿਗਰੀ ਸੈਂਟੀਗ੍ਰੇਡ। 20 ਤੱਕ ਲੈਣਾ, ਜੀ। ਸਰਦੀਆਂ ਨੂੰ ਘੱਟ ਹੋ ਜਾਂਦਾ। ਜੇ ਇਹਦੇ ਤੋਂ ਜ਼ਿਆਦਾ ਹੋ ਜਾਏ ਕੋਈ ਹਰਜ ਤਾਂ ਕੋਈ ਨਹੀਂ ਹਰਜ ਹੁੰਦਾ? ਨਹੀਂ ਠੀਕ ਹੋ ਗਿਆ ਜੀ। ਤੇ ਅਗਰ ਇਹ ਵੀ ਬੰਦੋਬਸਤ ਨਹੀਂ ਕਰ ਸਕਦੇ ਤੇ ਫਿਰ ਤੁਸੀਂ ਸਿਲੰਡਰ ਲੈ ਕੇ ਉਹਦੇ ਉੱਤੇ ਹੀਟਰ ਲਾ ਲਓ। ਅੱਛਾ ਜੀ। ਉਹਦੇ ਵਿੱਚ 4 ਕਿਲੋ ਗੈਸ ਪਾਓ, ਹਾਂਜੀ। ਉਹ ਤੁਹਾਡਾ 500 ਕਾਟਨ ਪਕਾ ਦਿੰਦਾ ਜੀ। ਵਾਹ ਜੀ ਵਾਹ, ਠੀਕ ਹੈ ਜੀ। 4 ਕਿਲੋ ਗੈਸ, 500 ਕਾਟਨ ਜੀ, ਬਿਲਕੁਲ। ਪਕਾਉਣ ਦਾ। ਇਹ ਸਰਦੀਆਂ ਨੂੰ ਲੋੜ ਆ, ਸਰਦੀਆਂ ਗਰਮੀਆਂ ਨੂੰ ਕੋਈ ਲੋੜ ਨਹੀਂ। ਅੱਛਾ ਜੀ, ਇੱਕ ਹੋਰ ਗੱਲ ਆ ਇਹਦੀ ਮਾਰਕੀਟ ਦੇ ਹਵਾਲੇ 'ਚ, ਕਹਿੰਦੇ ਆ ਕਿ ਇਹ ਵਿਕਦਾ ਨਹੀਂ ਜੀ, ਆੜਤੀ ਕਹਿੰਦੇ ਆ ਤੁਹਾਡਾ ਵਿਕਿਆ ਨਹੀਂ, ਪਿਆ ਰਹਿੰਦਾ। ਕੋਈ ਐਸੀ ਤੁਹਾਡੇ ਨਾਲ ਸੂਰਤ ਹਾਲ ਹੋਈ? ਤੁਸੀਂ ਜੋ 10-12 ਸਾਲ ਤੋਂ ਇਹ ਕੰਮ ਕਰ ਰਹੇ ਹੋ। ਨਹੀਂ ਸਰ, ਅਲਹਮਦੁਲਿਲਾ ਮੇਰੇ ਨਾਲ ਅੱਜ ਤੱਕ ਐਸੀ ਕੋਈ ਸੂਰਤ ਹਾਲ ਨਹੀਂ ਬਣੀ ਹਾਂਜੀ। ਕਿ ਸਾਡਾ ਮਾਲ ਨਹੀਂ ਵਿਕਿਆ ਜਾਂ ਅਗਲੇ ਨੇ ਸ਼ਿਕਾਇਤ ਕੀਤੀ ਵੀ ਵਿਆਹ ਖਰਾਬ ਹੋ ਗਿਆ। ਅਸੀਂ ਤੇ ਅੱਜ ਭੇਜਦੇ ਹਾਂ, ਕੱਲ ਨੂੰ ਸਾਨੂੰ ਰਿਪੋਰਟ ਆ ਜਾਂਦੀ। ਕੱਲ ਨੂੰ ਉਹ ਦੱਸ ਦਿੰਦੇ ਕਿ ਤੁਹਾਡਾ ਇੰਨੇ ਦਾ ਜੀ ਵਿਕ ਗਿਆ। ਬਿਲਕੁਲ, ਅਸੀਂ ਬਣਿਆ ਹੋਇਆ ਮਾਲ ਅੱਗੇ ਘੱਲੀ ਦਾ, ਹਾਂਜੀ। ਦੂਸਰੇ ਦਿਨ ਸਾਨੂੰ ਰਿਪੋਰਟ ਆ ਜਾਂਦੀ। ਐ ਹੋ ਸਕਦਾ ਕਿ 1-2 ਦਿਨ ਨਾ ਵਿਕੇ, ਜੀ। ਲੇਕਿਨ ਖਰਾਬ ਹੋਣ ਵਾਲਾ ਕੋਈ ਚੱਕਰ ਨਹੀਂ। ਅੱਛਾ, ਇੱਕ ਹੋਰ ਸਵਾਲ ਹੈ, ਤੁਸੀਂ ਦੇਸੀ ਕਿਉਂ ਨਹੀਂ ਲਾਉਂਦੇ? ਰੈੱਡ ਲੇਡੀ ਕਿਉਂ ਲਾਇਆ? ਦੇਸੀ ਦੇ ਸਰ ਸਾਡੀ ਸਰਚ ਜਾਰੀ ਆ, ਹਾਂਜੀ। ਔਰ ਇਨਸ਼ਾਅੱਲਾ ਇਸ ਸਾਲ ਦੇ ਵਿੱਚ ਅਸੀਂ ਕੋਈ 20-30 ਕਿੱਲੇ ਐਸੇ ਆਪਣੇ ਏਰੀਆ ਦੇ ਵਿੱਚ ਦੇਸੀ ਲਾ ਰਹੇ ਹਾਂ। ਦੇਸੀ ਲਗਾ ਰਹੇ ਆ? ਇਨਸ਼ਾਅੱਲਾ ਦੇਸੀ ਹੋ ਜਾਂਦਾ ਇੱਥੇ? ਹੋ ਜਾਂਦਾ ਜੀ। ਅੱਛਾ ਜੀ। ਬਿਲਕੁਲ। ਉਹਦੀ ਕੋਈ ਉਹਦੇ ਫਲ ਦੇ ਵਿੱਚ ਸਾਈਜ਼ 'ਚ ਜਾਂ ਪੈਦਾਵਾਰ 'ਚ ਕੋਈ ਫਰਕ ਆ? ਨਹੀਂ ਸਰ, ਦੇਸੀ ਨੂੰ ਵੈਸੇ ਇਹਦੇ ਵਾਲੀਆਂ ਬਿਮਾਰੀਆਂ ਨਹੀਂ ਹੈਗੀਆਂ। ਅੱਛਾ ਜੀ। ਅੱਛੀ ਚੀਜ਼ ਆ ਦੇਸੀ ਵੀ। ਅੱਛਾ ਜੀ। ਤੇ ਇੱਥੇ ਤਕਰੀਬਨ ਸਾਡੇ ਅਗਲੇ ਬੰਨੇ ਹੈ ਇੱਕ ਦੋਸਤ, ਉਹ 10 ਏਕੜ ਲਾ ਰਿਹਾ, ਉਹਨੇ ਪਨੀਰੀ ਆਪਣੀ ਲਾਈ ਆ। ਅੱਛਾ ਜੀ। ਲੇਕਿਨ ਇਹਦੇ ਨਾਲੋਂ ਤਰੀਕਾ ਉਹਦਾ ਮੁਖਤਲਿਫ ਆ। ਉਹ ਕੀ ਮੁਖਤਲਫ ਹੈ ਜੀ? ਉਹ ਜੀ ਇਸੇ ਤਰ੍ਹਾਂ ਹੀ ਅਸੀਂ ਜ਼ਮੀਨ ਦੇ ਉੱਤੇ ਹੀ ਲਾਈਦਾ, ਹਾਂਜੀ। ਖਾਲੀਆਂ ਇਹਦੀ ਪਨੀਰੀ ਤਿਆਰ ਕਰਕੇ ਲਾਈ ਦੀ। ਅੱਛਾ ਜੀ। ਉਹ ਜ਼ਮੀਨ ਦੇ ਉੱਤੇ ਖਾਲੀਆਂ ਬਣਾ ਕੇ ਅੱਛਾ ਜੀ। ਅਸੀਂ 3-3 4-4 ਦਾਣੇ ਹਾਂਜੀ। 5-5 ਫੁੱਟ ਤੇ ਲਾ ਦੇਣੇ। ਸਸਤਾ ਲੱਭ ਜਾਂਦਾ ਨਾ ਬੀਜ। ਜੀ। ਹਾਂਜੀ। ਸਸਤੇ ਦੀ ਵਜ੍ਹਾ ਇੱਕ ਹੋਰ ਵਾ, ਹਾਂ। ਉਹ ਜਦੋਂ ਉੱਗ ਪੈਣੇ ਆ ਹਾਂਜੀ। ਫਰੂਟਿੰਗ ਤੱਕ ਅਸੀਂ ਉਹਨਾਂ ਨੂੰ ਹਾਂਜੀ। ਹਿਲਾਉਣਾ ਨਹੀਂ। ਠੀਕ ਆ। ਉਹਦੇ 'ਚ ਹੁੰਦਾ ਮੇਲ ਤੇ ਫੀਮੇਲ ਦਾ ਚੱਕਰ। ਅੱਛਾ ਜੀ।
ਉਹਦੇ ਵਿੱਚ ਜਿਹੜਾ ਅਸੀਂ ਫੀਮੇਲ ਹੋਣਾ ਜਿਹਨੂੰ ਮਾਦੀ ਕਹਿੰਦੇ ਆ, ਹਾਂਜੀ। ਜਿਹੜਾ ਫੀਮੇਲ ਹੋਣਾ ਉਹ ਅਸੀਂ ਰੱਖ ਲੈਣਾ, ਮੇਲ ਕੱਟ ਲੈਣਾ, ਅੱਛਾ ਜੀ। ਕੱਟ ਕੇ ਉਹਨੂੰ ਖਤਮ ਕਰ ਦੇਣਾ ਹਾਂਜੀ ਤੇ ਫਿਰ ਤੁਹਾਡਾ ਸਾਡਾ ਸਾਰੇ ਦਾ ਸਾਰਾ ਮਦਰ ਪਲਾਂਟ ਬਣ ਜਾਏਗਾ। ਠੀਕ ਆ ਜੀ। ਜੀ ਅੱਛਾ ਜੀ। ਤੇ ਰੇਟ 'ਚ ਇਹਦੇ ਹਾਈਬ੍ਰਿਡ ਤੇ ਦੇਸੀ ਦੇ 'ਚ ਕੋਈ ਫਰਕ? ਹਾਂਜੀ ਹਾਂਜੀ। ਫਰਕ ਆ। ਇਸ ਟਾਈਮ ਸਿੰਧ ਦਾ ਜਿਹੜਾ ਦੇਸੀ ਆ ਰਿਹਾ ਉਹ ਤਕਰੀਬਨ 3200 ਰੁਪਏ ਦਾ ਗਾਡਰ ਵਿਕ ਰਿਹਾ। ਗਾਡਰ 'ਚ ਕਿੰਨੇ ਕਿਲੋ ਹੁੰਦਾ? 60 ਕਿਲੋ। 3200 ਰੁਪਏ ਦਾ 60 ਕਿਲੋ। ਜੀ। ਤੁਹਾਡਾ 10 ਕਿਲੋ ਕਿੰਨੇ ਦਾ ਵਿਕ ਰਿਹਾ? ਸਾਡਾ 10 ਕਿਲੋ ਸਾਨੂੰ ਰਿਪੋਰਟ ਮਿਲ ਰਹੀ ਹੈ ਜੀ 700 ਰੁਪਇਆ, 700। ਕਦੀ 600 ਕਦੀ 700। ਹਾਂ 10 ਹਾਂਜੀ। ਜੀ ਜੀ ਫਿਰ ਇਹ ਮਹਿੰਗਾ ਵਿਕਦਾ? ਜੀ ਬਿਲਕੁਲ, ਠੀਕ ਹੋ ਗਿਆ ਸਾਨੂੰ ਖਰਚਾ ਘੱਟ ਹੈ। ਜੀ। ਹਾਂਜੀ। ਤੇ ਦੂਸਰਾ ਪੈਦਾਵਾਰ ਉਹ ਜ਼ਿਆਦਾ ਦਿੰਦਾ ਜਾਂ ਇਹ ਦਿੰਦਾ? ਪੈਦਾਵਾਰ ਜੀ ਇਹ ਸਾਰਾ ਸਾਲ ਟੁੱਟਦਾ, ਉਹ ਮਸਲਨ ਚੰਦ ਮਹੀਨੇ ਟੁੱਟਦਾ। ਇਹ ਹੀ ਵਜ੍ਹਾ ਹਾਈਬ੍ਰਿਡ ਲਾਉਣ ਦੀ। ਅੱਛਾ, ਇਹਦੇ ਤੋਂ ਇਲਾਵਾ ਹਾਈਬ੍ਰਿਡ ਦੀਆਂ ਹੈਗੀਆਂ ਵੈਰਾਈਟੀਆਂ ਕੀ ਸੈਂਟਾ ਸੈਂਟਾ ਔਰ ਸੁਪਰੀਮ, ਉਹਦੇ ਬਾਰੇ ਕੀ ਖਿਆਲ ਹੈ? ਜੀ ਸੁਪਰੀਮ ਅਸੀਂ ਅਜੇ ਤੱਕ ਲਾਇਆ ਨਹੀਂ, ਲੇਕਿਨ ਹੁਣ ਉਹਦੀ ਵੀ ਅਸੀਂ ਟ੍ਰਾਇਲ ਕਰ ਰਹੇ ਹਾਂ ਹਾਂਜੀ। ਤੇ ਉਹ ਅੱਲਾ ਕਾਮਯਾਬੀ ਦੇਗਾ। ਸੈਂਟਾ ਅਸੀਂ ਲਾਇਆ, ਉਹ ਕਾਮਯਾਬ ਆ। ਅੱਛਾ, ਉਹ ਵੀ ਕਾਮਯਾਬ ਆ? ਜੀ ਬਿਲਕੁਲ। ਸੈਂਟਾ ਤੇ ਇਹਦਾ ਰੈੱਡ ਲੇਡੀ ਦਾ ਅਗਰ ਤੁਸੀਂ ਕਰੋ ਆਪਸ ਦੇ ਵਿੱਚ ਕੰਪੈਰੀਜ਼ਨ, ਜੀ ਤੇ ਤੁਸੀਂ ਕਿਹਨੂੰ ਪ੍ਰੈਫਰੈਂਸ ਦਿੰਦੇ, ਸੈਂਟਾ ਨੂੰ ਜਾਂ ਇਹਨੂੰ? ਰੈੱਡ ਲੇਡੀ ਨੂੰ ਜੀ। ਰੈੱਡ ਲੇਡੀ ਨੂੰ। ਰੈੱਡ ਲੇਡੀ ਦੀ ਪਿਕਿੰਗ ਉਹਦੇ ਨਾਲੋਂ ਜ਼ਿਆਦਾ। ਅੱਛਾ ਜੀ। ਜੀ ਕਿਉਂਕਿ ਸੈਂਟਾ ਜਿਹੜਾ ਗਰਮ ਇਲਾਕੇ ਦੀ ਵੈਰਾਈਟੀ ਆ, ਹਾਂਜੀ। ਜਿਸ ਤਰ੍ਹਾਂ ਕਿ ਮੁਲਤਾਨ। ਠੀਕ ਹੈ ਜੀ। ਇਹ ਜਿਹੜਾ ਸਾਡੇ ਵਾਲਾ ਇਲਾਕਾ ਇਹਦੇ ਵਿੱਚ ਰੈੱਡ ਲੇਡੀ ਕਾਮਯਾਬ ਆ। ਠੀਕ ਹੈ ਜੀ। ਸਾਡੇ ਚਿਸ਼ਤੀਆਂ ਮੰਡੀ, ਬਹਾਵਲ ਨਗਰ, ਹਾਂਜੀ ਨਿਚਨਾਬਾਦ ਉਧਰਲੀ ਸਾਈਡ ਤੇ ਸੈਂਟਾ ਬਿਹਤਰੀਨ ਕਾਮਯਾਬ ਆ। ਹਾਂਜੀ। ਠੀਕ ਹੋ ਗਿਆ। ਲੇਕਿਨ ਇਹ ਸਾਡਾ ਇਲਾਕਾ ਜਿਹੜਾ ਥੋੜਾ ਜਿਹਾ ਠੰਡਾ, ਹਾਂਜੀ। ਇਹਦੇ ਵਿੱਚ ਸੈਂਟਾ ਨਹੀਂ ਕਾਮਯਾਬ। ਉਹ ਜਦੋਂ ਪੱਕਦਾ ਉਦੋਂ ਕਾਲਾ ਹੋ ਜਾਂਦਾ। ਠੀਕ ਹੋ ਗਿਆ। ਜੀ ਵਜ੍ਹਾ ਹੋ ਗਈ। ਤੇ ਸੁਪਰੀਮ ਦਾ ਹਜੇ ਤਜਰਬਾ? ਜੀ ਸੁਪਰੀਮ ਇਨਸ਼ਾਅੱਲਾ ਇਸ ਦਫਾ ਅਸੀਂ ਲਾ ਰਹੇ ਹਾਂ। ਹਾਂਜੀ। ਉਹਦਾ ਤਜਰਬਾ ਗਾਂ ਕਰਾਂਗੇ ਤੇ ਪਤਾ ਲੱਗੇਗਾ ਜੀ। ਅੱਛਾ, ਇੱਕ ਮੈਨੂੰ ਹੋਰ ਦੱਸੋ, ਜਦੋਂ ਇਹਨੂੰ ਪਨੀਰੀ ਨੂੰ ਮੁੰਤਕਲ ਕਰਨਾ ਖੇਤ 'ਚ, ਜੀ ਤੇ ਉਹ ਤਾਂ ਤੁਸੀਂ ਦੱਸ ਦਿੱਤਾ, ਉਹ ਇਹਦੇ ਕੋਈ ਜਿਹੜੇ ਟੋਏ ਆ ਕਿੱਡੇ ਕਿੱਡੇ, ਉਹ ਤਾਂ 4 ਇੰਚ ਦਾ ਹੁੰਦਾ, ਛੋਟੇ ਛੋਟੇ ਹੀ ਕੱਢਣੇ ਪੈਂਦੇ ਆ। ਜੀ 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 ਉਹਦੇ ਵਿੱਚ ਉਹਨਾਂ ਟੋਇਆਂ ਦੇ ਵਿੱਚ ਜਿਹੜਾ ਕੋਈ ਚੀਜ਼ ਤਾਂ ਨਹੀਂ ਪਾਣੀ ਪੈਂਦੀ? ਨਹੀਂ ਸਰ। ਹਾਂਜੀ। ਇੱਕ ਦੋਸਤ ਕਹਿ ਰਹੇ ਸੀ ਕਿ ਉਹਨਾਂ ਟੋਇਆਂ 'ਚ ਵੀ ਕੋਈ ਜ਼ਹਿਰ ਪਾਣੀ ਪੈਂਦੀ ਆ ਜਾਂ ਕੋਈ ਨਿੰਮ ਅੱਕ ਵਗੈਰਾ ਪਾਣੇ ਪੈਂਦੇ ਆ। ਨਹੀਂ ਸਰ, ਉਹ ਤੇ ਦੇਸੀ ਟੋਟਕੇ ਆ। ਵੈਸੇ ਅਸੀਂ ਤੇ ਜਦੋਂ ਵੀ ਲਾਇਆ ਵਾ ਅਸੀਂ ਉਹਦੇ ਖੱਡੇ ਮਾਰੀ ਦੇ, 6 ਇੰਚ ਦਾ ਖੱਡੇ ਮਾਰੀ ਦਾ। ਹਾਂਜੀ। ਖੱਡਾ ਮਾਰ ਕੇ ਵਿੱਚ ਪੌਦਾ ਰੱਖ ਦਈਦਾ। ਹਾਂਜੀ। ਪੌਦਾ ਰੱਖ ਕੇ ਜਿਹੜੀ ਉਹ ਪੀਟ ਮਾਸ ਹੁੰਦੀ ਆ ਉਹਨੂੰ ਅਸੀਂ ਫਿਲ ਕਰ ਦਈਦਾ ਮਿੱਟੀ ਦੇ ਨਾਲ। ਕਿਹੜੀ? ਉਹ ਤਾਂ ਜਿਹੜੀ ਉਹਦੇ ਵਿੱਚ ਹੁੰਦੀ ਆ? ਜੀ ਬਿਲਕੁਲ, ਜਿਹੜੀ ਪੀਟ ਮਾਸ ਹੁੰਦੀ ਆ ਆਪਣੇ ਪੌਦੇ ਤੇ, ਛਾਪਰ ਦੇ ਵਿੱਚ ਛਾਪਰ ਜਿਹੜੀ ਦੇ ਹੁੰਦੀ ਵਿੱਚ। ਹਾਂਜੀ। ਛਾਪਰ ਫਾੜ ਦੇਣਾ। ਅੱਛਾ, ਛਾਪਰ ਫਾੜ ਦੇਣਾ, ਲਾਣਾ ਨਹੀਂ ਨਾਲੋਂ? ਨਹੀਂ ਜੀ, ਲਾ ਦੇਣਾ ਨਾਲੋਂ। ਛਾਪਰ ਫਾੜ ਕੇ ਨਾਲੋਂ ਲਾ ਦੇਣਾ, ਗਾਚੀ ਕੱਲੀ ਖੱਡੇ ਦੇ ਵਿੱਚ ਰੱਖ ਕੇ। ਅੱਛਾ। ਉਹ ਜੀ ਅਸੀਂ ਉਹਨੂੰ ਫਿਲ ਕਰ ਦੇਣਾ ਮਿੱਟੀ ਦੇ ਨਾਲ। ਹਾਂਜੀ। ਪੀਟ ਮਾਸ ਜਿਹੜੀ ਉਹ ਹੋਣੀ ਆ ਉਹਦੇ ਉੱਤੇ ਅੱਧੀ ਅੱਧੀ ਇੰਚ ਮਿੱਟੀ ਚੜਾ ਕੇ ਉਹਨੂੰ ਵੀ ਫਿਲ ਕਰ ਦੇਣਾ। ਅੱਛਾ ਜੀ। ਤੇ ਉਹ ਜੀ ਉਸ ਤੋਂ ਬਾਅਦ ਕਿਉਂਕਿ ਅਸੀਂ ਜਿਹੜੀ ਫੰਗਸ ਦੀ ਦਵਾਈ ਹੋਣੀ ਉਹ ਤੇ ਪਾਣੀ ਦੇ ਨਾਲ ਅਸੀਂ ਫਲੱਡ ਕਰ ਦੇਣੀ। ਫੰਗਸ ਦਾ ਹੀ ਇਹਨੂੰ ਅਟੈਕ ਹੁੰਦਾ। ਇਹ ਠੀਕ ਹੋ ਗਿਆ ਜੀ। ਜੀ ਇਹਦੇ ਤੋਂ ਇਲਾਵਾ ਨਹੀਂ ਕੁਝ? ਜੀ ਬਿਲਕੁਲ। ਮਾਰਕੀਟ ਜਿਹੜੀ ਆ, ਕਿਹੜੀ ਕਿਹੜੀ ਮਾਰਕੀਟ 'ਚ ਵਿਕਦਾ ਜੀ ਇਹ? ਇਹ ਸਰ ਤਕਰੀਬਨ ਹੁਣ ਤੇ ਪਾਕਿਸਤਾਨ ਦੇ ਵਿੱਚ ਸਾਰੀਆਂ ਮੰਡੀਆਂ 'ਚ ਹੀ ਵਿਕ ਰਿਹਾ। ਅੱਛਾ ਜੀ। ਵੈਸੇ ਲਾਹੌਰ, ਅੱਛਾ, ਸਿਆਲਕੋਟ, ਤੁਹਾਡਾ ਗੁਜਰਾਤ। ਜਾਂਦਾ ਸਿਆਲਕੋਟ ਗੁਜਰਾਤ? ਜੀ, ਮੇਰਾ ਲਾਹੌਰ, ਸਿਆਲਕੋਟ ਸਿਆਲਕੋਟ ਗੁਜਰਾਤ, ਪਿੰਡੀ, ਜੀ ਜੀ ਬਿਲਕੁਲ। ਇਹਨਾਂ ਜਾਂਦਾ? ਜੀ ਬਿਲਕੁਲ। ਠੀਕ ਹੈ। ਇਹ ਜਿਹੜੀਆਂ ਛੋਟੀਆਂ ਹੈ ਸਾਡੀਆਂ, ਸ਼ੇਖੂਪੁਰ ਦੀ ਹੋ ਗਈ ਜੀ ਜਾਂ ਆਪਣਾ ਗੁਜਰਾਂਵਾਲਾ ਵਗੈਰਾ, ਇਹਨਾਂ ਮੰਡੀਆਂ 'ਚ ਵੀ ਵਿਕਦਾ? ਜੀ ਗੁਜਰਾਂਵਾਲੇ ਵੀ ਵਿਕਦਾ। ਗੁਜਰਾਂਵਾਲੇ ਵੀ ਬਹੁਤ ਅੱਛਾ ਵਿਕ ਰਿਹਾ। ਸਿਆਲਕੋਟ ਬਹੁਤ ਅੱਛਾ ਵਿਕ ਰਿਹਾ। ਅੱਛਾ ਜੀ। ਗੁਜਰਾਤ ਬਹੁਤ ਅੱਛਾ ਵਿਕ ਰਿਹਾ। ਜੀ। ਇਸਲਾਮਾਬਾਦ ਬਹੁਤ ਅੱਛਾ ਵਿਕ ਰਿਹਾ। ਇਹਨਾਂ 3-4 ਮੰਡੀਆਂ ਦੇ ਵਿੱਚ ਤੇ ਮੈਂ ਦੇ ਰਿਹਾ। ਠੀਕ ਹੈ। ਅੱਛਾ, ਇੱਕ ਸਵਾਲ ਮੈਨੂੰ ਰਹਿ ਗਿਆ, ਯਾਦ ਨਹੀਂ ਰਿਹਾ। ਇਹ ਜ਼ਮੀਨ ਕਿੱਦਾਂ ਤਿਆਰ ਕਰਨੀ ਆ? ਉਹਦੇ 'ਚ ਕਿੰਨੀ ਵਾਰ ਵਾਹੁਣਾ? ਕਿਸ ਤਰ੍ਹਾਂ ਦੀ ਜ਼ਮੀਨ ਹੋਵੇ ਜਿਸ ਵੇਲੇ ਇਹਨੂੰ ਖੇਤ 'ਚ ਮੁੰਤਕਲ ਕਰਨਾ? ਜੀ ਜੀ ਹਾਂਜੀ, ਉਹ ਦੱਸੋ। ਉਹਦੇ ਵਿੱਚ ਸਰ ਤੁਸੀਂ ਪਹਿਲੇ ਇਹਨੂੰ ਦੋਰ ਲਾਣੀ ਹਲਾਂ ਦੀ। ਅੱਛਾ ਜੀ। ਜੀ ਠੀਕ ਹੈ। ਦੋਰ ਲਾ ਕੇ ਅਗਰ ਤੁਹਾਡੇ ਕੋਲ ਡਿਸਕਾਂ ਵਾ ਤੇ ਡਿਸਕਾਂ ਮਾਰ ਲਓ। ਅੱਛਾ ਜੀ। ਅਗਰ ਤੁਹਾਡੇ ਕੋਲ ਹਾਲ ਆ ਉਹਦੇ ਦੋਰ ਲਾ ਕੇ ਉਹਨੂੰ ਲੇਜ਼ਰ ਕਰਾ ਲਓ। ਅੱਛਾ ਜੀ। ਉਹਦਾ ਲੈਵਲ ਕਰਕੇ ਇੱਕ ਜਿਹਾ। ਉਸ ਤੋਂ ਬਾਅਦ ਫਿਰ ਇਹਨੂੰ ਤੁਸੀਂ ਦੋਰ ਲਾ ਕੇ ਪਿੱਛੇ ਸੁਹਾਗਾ ਪਾ ਕੇ ਹਾਂਜੀ। ਤੇ ਇਹਨੂੰ ਤੁਸੀਂ, ਇਹ ਤੁਹਾਡੀ ਤਿਆਰੀ ਹੋ ਗਈ। ਹਾਂਜੀ। ਉਸ ਤੋਂ ਬਾਅਦ ਜੀ ਤੁਸੀਂ ਆਪਣੇ ਬੈੱਡ ਦੇ ਵਾਏ ਦੇ ਮੁਤਾਬਕ ਜੀ। ਉਹਦੀ ਤੁਸੀਂ ਵਿੱਚ ਖੇਲ ਕੱਢ ਦੇਣੀ ਹੈ। ਠੀਕ ਹੋ ਗਿਆ। ਤੇ ਜਿਹੜੀ ਤੁਸੀਂ ਖਾਦ ਪਾਣੀ ਆ ਹਾਂਜੀ। ਡੀਏਪੀ ਤੇ ਨਾਈਟ੍ਰੋਫਾਸ, ਹਾਂਜੀ। ਉਹ ਜਿੱਥੇ ਤੁਸੀਂ ਖੇਲ ਕੱਢਣੀ ਉਸੇ ਲਾਈਨ ਦੇ ਵਿੱਚ ਹੀ ਤੁਸੀਂ ਜਿਹੜੀ ਉਹ ਖਾਦ ਸੁੱਟਣੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ ਖੇਲ ਨਿਕਲੇਗੀ ਤੇ ਉਹ ਪਟੜੇ ਦੇ ਥੱਲੇ ਬੰਨੇ ਖਾਦ ਆ ਜਾਏਗੀ। ਠੀਕ ਹੈ ਜੀ। ਉਹ ਤੁਹਾਡਾ ਫਿਰ ਇਹ ਖਾਦ ਖੇਲਾਂ ਕੱਢਣ ਤੋਂ ਪਹਿਲਾਂ ਜੀ। ਠੀਕ ਹੈ ਜੀ। ਜੀ ਠੀਕ ਹੈ ਜੀ। ਤੁਸੀਂ ਜਿਹੜੀ ਲਾਈਨ ਦੇ ਉੱਤੇ ਖੇਲ ਮਾਰਨੀ ਉਸ ਲਾਈਨ ਦੇ ਉੱਤੇ ਉੱਤੇ ਤੁਸੀਂ ਖਾਦ ਪਾਉਣੀ, ਸਾਰੀ ਜ਼ਮੀਨ 'ਚ ਛੱਟਾ ਦੇਣੀ। ਯਾਨੀ ਜਿੱਥੇ ਸਾਡੀ ਵੱਟ ਬਣਨੀ ਜੀ ਹੈ। ਬਿਲਕੁਲ। ਠੀਕ ਹੋ ਗਿਆ ਜੀ। ਬਿਲਕੁਲ ਸਹੀ ਹੋ ਗਿਆ ਜੀ। ਇਹਦੇ ਤੋਂ ਇਲਾਵਾ ਕੋਈ ਪਨੀਰੀ ਮੁੰਤਕਲ ਕਰਦੇ ਆ ਇਹਤਿਆਤ? ਬਸ ਸਰ ਹੋਰ ਤੇ ਫਿਲਹਾਲ ਕੋਈ ਇਹਤਿਆਤ ਨਹੀਂ ਹੈ। ਤੁਸੀਂ ਫੰਗਸ ਦਾ ਹੀ ਆ ਉਹ ਤਰੀਕਾ ਤੁਹਾਨੂੰ ਦੱਸ ਦਿੱਤਾ ਪਹਿਲੇ। ਇਹ ਫੰਗਸ ਤੋਂ ਇਲਾਵਾ ਤਾਂ ਨਹੀਂ ਕੋਈ ਮਸਲਾ ਆਉਂਦਾ? ਨਹੀਂ ਸਰ, ਹੋਰ ਕੋਈ ਮਸਲਾ ਨਹੀਂ। ਇਹਨੂੰ ਪਾਣੀ ਲਾਣਾ, ਅਗਰ ਤੁਸੀਂ ਗਰਮੀ ਨੂੰ ਸ਼ਿਫਟ ਕਰਦੇ ਆ ਤੇ ਇਹਨੂੰ ਪਾਣੀ ਤੁਸੀਂ ਸ਼ਾਮ ਦੇ ਵਕਤ ਲਾਣਾ। ਠੀਕ ਹੈ ਜੀ। ਦਿਨ ਦੇ ਵਕਤ ਨਹੀਂ ਲਾਣਾ। ਠੀਕ ਹੈ ਜੀ। ਜੀ
ਤੇ ਜਿਹੜੀ ਪਨੀਰੀ ਆ ਜੀ ਤੁਸੀਂ ਆਪਣੇ ਲਈ ਲਾਉਨੇ ਆ ਜਾਂ ਤੁਸੀਂ ਕੋਈ ਦੋਸਤਾਂ ਨੂੰ ਚਾਹੀਦੀ ਹੋਵੇ ਉਹਨਾਂ ਨੂੰ ਵੀ ਦੇ ਜੀ ਸਕਦੇ? ਬਿਲਕੁਲ, ਜਿਹਨੂੰ ਚਾਹੀਦੇ ਹੋਵੇ ਉਹਨੂੰ ਅਸੀਂ ਦਿੰਨੇ ਆ। ਉਹਦੀ ਛਿੱਲ ਪਟੋਗੇ ਜਾਂ ਕੋਈ ਰੈਤ ਕਰੋਗੇ? ਸਰ ਅਸੀਂ ਤੇ 50 ਰੁਪਏ ਦਾ ਪੌਦਾ ਸੇਲ ਕਰ ਰਹੇ ਹਾਂ ਜੀ। ਹੈ ਹਾਂਜੀ 50 ਰੁਪਏ ਦਾ? 50 ਰੁਪਏ ਦਾ ਆਜ਼ਮ ਸਾਹਿਬ ਵਧਾ ਨਾ ਦੇਣਾ। ਸਰ 50 ਰੁਪਏ ਦਾ ਪੌਦਾ ਸੇਲ ਕੀਤਾ ਹੁਣ ਤੱਕ ਅਸੀਂ। ਅੱਛਾ ਮੇਰੇ ਕੋਲ ਅਲਹਮਦੁਲਿਲਾ ਕੱਲ ਵੀ ਡੇਰਾ ਗਾਜ਼ੀ ਖਾਨ ਦੀ ਇੱਕ ਗੱਡੀ ਗਈ ਹੈ ਰਾਤ 8:20 ਤੇ ਅਸੀਂ ਆਊਟ ਕੀਤੀ 2000 ਪੌਦੇ ਦੀ। ਜੀ ਤੁਸੀਂ ਟਾਈਮ ਬੜਾ ਨੋਟ ਕੀਤਾ, 20 ਮਿੰਟ ਵੀ ਕੀਤੇ ਆ। ਜੀ ਬਿਲਕੁਲ ਬਿਲਕੁਲ, ਅੱਛਾ ਤੇ ਉਹ ਗਾਰੰਟੀ ਦੇ ਨਾਲ ਰੈੱਡ ਲੇਡੀ ਸੀ? ਗਾਰੰਟੀ ਦੇ ਨਾਲ ਜੀ, ਸਟੈਂਪ ਪ੍ਰੂਫ। ਇਹ ਤਾਂ ਨਹੀਂ ਹੋਏਗਾ ਤੁਸੀਂ ਕਿਤੇ ਦੇਸੀ ਦੇ ਦਿਓ ਕਹੋ ਕਿ ਰੈੱਡ ਲੇਡੀ ਆ, ਬਾਅਦ ਦੇ ਵਿੱਚ ਕਿਸੇ ਨੇ ਕੀ ਕਰ ਲੈਣਾ ਹੁੰਦਾ? ਨਹੀਂ ਸਰ ਐਸੀ ਕੋਈ ਗੱਲ ਨਹੀਂ, ਸਾਡੇ ਕੋਲ ਜਿੱਦਾਂ ਦੀ ਗਾਰੰਟੀ ਮੰਗਣਗੇ ਅਸੀਂ ਦੇਣ ਨੂੰ ਤਿਆਰ ਹਾਂ। ਠੀਕ ਹੈ ਜੀ। ਜੀ ਬਿਲਕੁਲ। ਤੇ ਲਓ ਜੀ, ਗੱਲਾਂ ਤਾਂ ਹੋ ਗਈਆਂ ਸਾਰੀਆਂ, ਜਿਹੜੀਆਂ ਮਜ਼ੀਦ ਰਹਿੰਦੀਆਂ ਹੋਣਗੀਆਂ ਜੀ ਉਹ ਕਮੈਂਟਸ ਦੇ ਵਿੱਚ ਦੋਸਤ ਲਿਖ ਦੇਣ, ਉਹ ਇਨਸ਼ਾਅੱਲਾ ਤਾਲਾ ਫਿਰ ਪੁੱਛ ਲਾਂਗੇ। ਆਜ਼ਮ ਸਾਹਿਬ ਤੁਸੀਂ ਆਪਣਾ ਨੰਬਰ ਦੇਣਾ ਪਸੰਦ ਕਰੋਗੇ? ਜੀ ਬਿਲਕੁਲ। ਜੇ ਨੰਬਰ ਦੇਣ ਤਾਂ ਦਿਓ ਜੇ ਤੁਸੀਂ ਕਾਲਾਂ ਵੀ ਅਟੈਂਡ ਕਰਨੀਆਂ। ਜੀ ਇਨਸ਼ਾਅੱਲਾ ਅੱਗੇ ਵੀ ਕਰ ਰਹੇ ਆ, ਦੋਸਤ ਅਹਿਬਾਬ ਕਰਦੇ ਫੋਨ ਔਰ ਰਹਿਨਮਾਈ ਲੈਂਦੇ ਆ ਜੀ। ਔਰ ਅਸੀਂ ਦਿੰਨੇ ਆ। ਨੰਬਰ ਬੋਲਿਓ ਆਪਣਾ। 0345 0345 2251 2251 370 370। ਜੀ ਦੁਬਾਰਾ ਬੋਲਿਓ ਜੀ ਜ਼ਰਾ। 0345 ਜੀ 2251 22 ਯਾਨੀ 2251 2251 ਹਾਂਜੀ 370 370। ਜੀ ਜੀ ਆਜ਼ਮ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਨਾਬ, ਤੁਸੀਂ ਬੜੀ ਡਿਟੇਲ ਦੇ ਨਾਲ ਦੱਸਿਆ। ਜੀ ਜੀ ਮਜ਼ੀਦ ਜੇ ਕੋਈ ਗੱਲ ਰਹਿ ਗਈ ਹੋ ਗਈ, ਕਿਸੇ ਦੋਸਤ ਨੇ ਪੁੱਛੀ ਨਹੀਂ ਹੋਏ, ਉਹ ਕਮੈਂਟਸ ਦੇ ਵਿੱਚ ਲਿਖ ਦੇ ਜੀ, ਇਨਸ਼ਾਅੱਲਾ ਤਾਲਾ ਇਹਨਾਂ ਕੋਲੋਂ ਡਾਇਰੈਕਟ ਫੋਨ ਕਰਕੇ ਵੀ ਪੁੱਛਿਆ ਜਾ ਸਕਦਾ, ਮੈਂ ਵੀ ਦੁਬਾਰਾ ਆ ਸਕਦਾ। ਇੱਕ ਨਾਰਾ ਹੋ ਜਾਏ ਪਾਕਿਸਤਾਨ ਜ਼ਿੰਦਾਬਾਦ। ਅੱਛਾ ਜੀ, ਇਹ ਹਾਈਬ੍ਰਿਡ ਹੈ, ਇਹਦੇ ਵਿੱਚੋਂ ਆਜ਼ਮ ਸਾਹਿਬ ਬੀ ਨਿਕਲਿਆ ਹੀ ਨਹੀਂ? ਸਰ ਇਹ ਸੀਡਲੈਸ ਹੁੰਦਾ। ਅੱਛਾ ਇਹ ਸੀਡਲੈਸ ਹੁੰਦਾ, ਜੇ ਚੋਂ ਬੀ ਨਿਕਲਦਾ ਉਹ ਕਿਹੜਾ ਹੁੰਦਾ? ਉਹ ਜੀ ਦੇਸੀ। ਦੇਸੀ ਤੋਂ ਇਲਾਵਾ ਜਿਹੜਾ ਸੈਂਟਾ ਜਾਂ ਸੁਪਰੀਮ ਉਹਦੇ ਚੋਂ ਵੀ ਬੀ ਨਹੀਂ ਨਿਕਲਦਾ, ਜਾਂ ਤੁਸੀਂ ਉਹ ਦੇਖੇ ਨਹੀਂ? ਹਾਂਜੀ ਸੁਪਰੀਮ ਤੇ ਮੈਂ ਅਜੇ ਦੇਖਿਆ ਨਹੀਂ, ਤੇ ਸੈਂਟਾ ਦੇ ਵਿੱਚੋਂ ਬੀ ਨਿਕਲਦਾ ਵਾ। ਬੀ ਚ ਸੈਂਟਾ ਚੋਂ ਨਿਕਲਦਾ, ਰੈੱਡ ਲੇਡੀ ਚੋਂ ਨਹੀਂ ਨਿਕਲਦਾ ਨਹੀਂ ਜੀ। ਜੀ ਆਜ਼ਮ ਸਾਹਿਬ ਦਾ ਬਹੁਤ ਸ਼ੁਕਰੀਆ, ਇਹ ਸਾਨੂੰ ਹੁਣ ਪਪੀਤਾ ਖਿਲਾਉਣ ਵੀ ਲੱਗੇ ਆ। ਸਰ ਇਹਨੂੰ ਹਰਾ ਬਿਲ ਲਓ ਜਨਾਬ, ਇਹ ਇਹਨਾਂ ਦਾ ਹੋ ਗਿਆ ਸਟੋਰ ਜੀ, ਜਾਂ ਜਿਹਨੂੰ ਤੁਸੀਂ ਭੱਠੀ ਕਹਿੰਦੇ ਆ ਜੀ। ਹਾਂਜੀ, ਤੇ ਇਹ ਇਹਨਾਂ ਦਾ ਸਟਾਕ ਪਿਆ ਜੀ, ਜੀ ਇਹ ਪਿਆ, ਇਹ ਪੈਕ ਕੀਤਾ ਜੀ। ਜੀ ਇਹਨੂੰ ਜ਼ਰਾ ਜੀ ਦਿਖਾ ਲੈਣਾ ਕਿਸ ਤਰ੍ਹਾਂ ਪੈਕ ਕੀਤਾ। ਇਹਦਾ ਤਾਂ ਰੰਗ ਵੀ ਬਹੁਤ ਵਧੀਆ ਹੋ ਗਿਆ। ਜੀ, ਜੀ। ਹਾਂਜੀ ਠੀਕ ਹੋ ਗਿਆ ਜੀ। ਸਵਾਲ ਜੀ ਇਹ ਕਿੰਨੇ ਦਾਣੇ ਪਏ ਜੀ ਇਹਦੇ 'ਚ? ਇਹ ਦੇਖੋ ਜੀ, ਇਹ ਦਾਣੇ ਪਏ ਜੀ ਉੱਤੇ ਸਾਡੇ 5 5 ਥੱਲੇ 5 ਥੱਲੇ। ਤੇ 10 ਆ। ਇਹ ਦਾਣਾ ਤਕਰੀਬਨ ਕਿਲੋ ਕੁ ਦਾ ਹੋਏਗਾ। ਜੀ ਬਿਲਕੁਲ। ਠੀਕ ਹੈ ਜੀ, ਬਹੁਤ ਵਧੀਆ ਰੰਗ ਆ ਜੀ, ਬਹੁਤ ਆਲਾ ਮਾਲ ਆ ਜੀ ਤੁਹਾਡਾ, ਜੀ ਮਾਲਕ ਬਰਕਤ ਦੇ। ਅੱਛਾ ਇੱਕ ਹੀਟਰ ਪਿਆ, ਇਹ ਹੀਟਰ ਕਾਹਦੇ ਲਈ ਪਿਆ? ਇਹ ਹੀਟਰ ਨਾਲ ਹੀਟ ਦੇਈਦੀ। ਅੱਛਾ ਉਹ ਜਿਹੜਾ ਭੱਠੀ ਦਾ ਰੌਲਾ ਉਹ ਇਹੀ ਆ? ਇਹ ਹੀ ਆ ਜੀ। ਲੋ ਜੀ, ਭੱਠੀ ਦਾ ਬਹੁਤ ਰੌਲਾ ਸੀ, ਉਹ ਇਹ ਹੀ ਹੈ, ਕਮਰਾ ਆਮ ਕਮਰਿਆਂ ਵਰਗਾ, ਇਹਦੇ ਵਿੱਚ ਇਹਨਾਂ ਨੇ ਸਟਾਕ ਕੀਤਾ ਆ। ਇਹਦੇ ਵਿੱਚ ਖਾਲੀ ਕਾਰਟਨ ਵੀ ਪਏ ਆ, ਇੱਥੇ ਬੈਠਣ ਦਾ ਇੰਤਜ਼ਾਮ ਵੀ ਹੈਗਾ, ਸੋਫਾ ਇਸ ਵੇਲੇ ਉਹਦੇ ਤੇ ਵੈਸੇ ਮਸ਼ੀਨ ਬੈਠੀ ਆ। ਤੇ ਇਹ ਇੱਕ ਹੀਟਰ ਆ, ਇਹ ਹੀਟਰ ਦੇ ਨਾਲ ਜ਼ਰਾ ਗਰਮੀ ਦੇਣੀ ਆ ਸਰਦੀਆਂ ਨੂੰ, ਚੂੰਕਿ ਟੈਂਪਰੇਚਰ ਘੱਟ ਹੁੰਦਾ ਜੀ। ਲੋ ਜਨਾਬ, ਆਜ਼ਮ ਸਾਹਿਬ ਦੀ ਪਨੀਰੀ ਹੈ ਜੀ। ਆਜ਼ਮ ਸਾਹਿਬ ਇਹ ਜਿਹੜੀ ਪਨੀਰੀ ਹੈ, ਇਹ ਜਿਹੜੀ ਹੈ, ਇਹ ਕਿੰਨੇ ਦਿਨਾਂ ਦੀ ਹੈ? ਇਹ ਸਰ ਇਸ ਟਾਈਮ 25 ਦਿਨ ਦੀ ਹੋ ਗਈ। ਇਹ 25 ਦਿਨ ਦੀ ਆ। ਥੋੜੇ ਜਿਹੇ ਬੜੇ ਨਜ਼ਰ ਆ ਰਹੇ ਆ। ਇਹ ਹੈ ਜੀ 1 ਮਹੀਨਾ ਤੇ ਤਕਰੀਬਨ 12-13 ਦਿਨ ਦੀ। ਇਹਨਾਂ ਦੇ ਠੀਕ ਹੋ ਗਏ। ਇਹ ਸਾਈਜ਼ ਦਾ ਲਗਾਉਣ ਵਾਲਾ ਤੁਹਾਡੇ ਬਕੌਲ? ਜੀ ਬਿਲਕੁਲ, ਰਾਤ ਇਹਦੀ ਅਸੀਂ ਗੱਡੀ ਜਿਹੜੀ ਲੋਡ ਕਰਵਾਈ ਆ। ਅੱਛਾ ਜੀ, ਇਹ ਜਿਹੜਾ ਇਹਨੂੰ ਪੀਸ ਮਾਸ ਕਹਿੰਦੇ ਤੁਸੀਂ? ਜੀ ਜੀ ਬਿਲਕੁਲ। ਇਹ ਮੈਂ ਇੱਥੇ ਪੌਦਾ ਨਹੀਂ ਉੱਗਿਆ, ਮੈਂ ਇਹਨੂੰ ਖੁਰਚ ਲਵਾਂ? ਜੀ ਖੁਰਚ ਸਕਦੇ ਆ। ਇਹ ਦੇਖੋ ਜੀ, ਹਾਂਜੀ ਇਹ ਇੰਨਾ ਜਿਹੜਾ ਨਾ, ਜੀ ਇਹ ਤਕਰੀਬਨ ਇਹਨਾਂ ਨੇ ਅੱਧੀ ਇੰਚ ਲਾਇਆ ਇਹਦੇ ਚ ਪੀਸ ਮਾਸ। ਹਾਂਜੀ, ਜੀ। ਉਹਦੇ ਥੱਲੇ ਇਹਨਾਂ ਨੇ ਮਿੱਟੀ, ਮੈਂ ਇਹਨੂੰ ਕੱਢ ਲਵਾਂ ਜੀ? ਜੀ ਜੀ ਕੱਢੋ ਕੱਢੋ। ਆਹ ਕਿਉਂ ਇਹ ਹੁਣ ਤੁਹਾਡਾ ਜਾਏ ਗਿਆ ਸੀਡ ਵਿੱਚੋਂ ਨਿਕਲਿਆ ਜੀ। ਸੀਡ ਨੂੰ ਕੀ ਹੋਇਆ ਜੀ? ਇਹ ਸੀਡ ਵਿੱਚ ਫਿਰ ਜਰਮੀਨੇਸ਼ਨ ਜਿਹੜੀ ਦਿਖਾਓ ਜੀ ਇਹਨੂੰ ਜੀ, ਸੀਡ ਨੂੰ, ਇਹ ਦੇਖੋ। ਆਪਣੀ ਤਲੀ ਤੇ ਰੱਖ ਕੇ ਦਿਖਾ ਲਓ ਜੀ। ਜੀ। ਹਾਂਜੀ, ਇਹ ਜੀ ਉੱਗਿਆ ਨਹੀਂ, ਇਹਨੂੰ ਕੀ ਵਜ੍ਹਾ ਬਣੀ ਜੀ? ਇਹ ਸਰ ਉਹਨਾਂ ਦੀ ਜਿਹੜੀ ਜਰਮੀਨੇਸ਼ਨ ਹੁੰਦੀ ਆ ਉਹ 75% ਹੈ। ਹਾਂਜੀ। ਤੇ ਇਹ ਦੇਖੋ, ਇਹ ਵਿੱਚੋਂ ਇਹਦੀ ਗੁਲੀ ਜਿਹੜੀ ਸੜ ਗਈ ਆ। ਇਹ ਸੜ ਗਈ ਜੀ, ਗੁਲੀ ਨਹੀਂ ਉਗਣਾ ਹੁੰਦਾ? ਜੀ ਗੁਲੀ ਨੇ ਉਗਣਾ ਹੁੰਦਾ। ਠੀਕ ਹੈ ਜੀ। ਇਹ ਜੀ ਖਤਮ ਹੋ ਗਿਆ ਵੀ ਉਹਨਾਂ ਦੀ 75% ਜਰਮੀਨੇਸ਼ਨ ਆ, ਲੇਕਿਨ ਅਲਹਮਦੁਲਿਲਾ ਸਾਡੀ 80-85% ਜਰਮੀਨੇਸ਼ਨ ਵੈਰੀ ਗੁੱਡ। ਹੋ ਰਹੀ ਹੈ। ਇਹਦੀ ਵਜ੍ਹਾ ਤੁਹਾਡੀ ਕਿਉਂ ਜ਼ਿਆਦਾ ਹੋ ਰਹੀ ਹੈ? ਸਰ ਉਹਨਾਂ ਨੇ 75% ਤੇ ਇਸ ਤੋਂ ਦਿੱਤੀ ਹੁੰਦੀ ਕਿ ਸਾਡੇ ਤੇ ਕੋਈ ਅਟੈਕ ਨਾ ਆਵੇ, ਅੱਛਾ ਜੀ। ਤੇ ਲੇਕਿਨ ਕਿਸੇ ਦੀ ਜਰਮੀਨੇਸ਼ਨ 90% ਵੀ ਹੋ ਜਾਂਦੀ ਆ। ਹਾਂਜੀ, ਮੇਰੀ ਗੱਲ ਹੋਈ ਸੀ ਇੱਕ ਕਾਸ਼ਤਕਾਰ ਨਾਲ, ਫਾਹਦ ਸਾਹਿਬ ਨਾਲ, ਉਹਨਾਂ ਦੀ 90% ਹੋਈ ਹੈ। ਜੀ ਬਿਲਕੁਲ ਬਿਲਕੁਲ ਹੋ ਅੱਛਾ ਜੀ। ਜਾਂਦੀ ਆ। ਇਹ ਜਿਹੜੀ ਇਹਦੇ ਚੋਂ ਮਿੱਟੀ ਕੱਢੀ ਹੈ, ਜ਼ਰਾ ਚੁੱਕਣਾ ਜੀ। ਜੀ
ਇਹ ਥੱਲੇ ਹੈਗੀ ਹੈ ਭਾਲ ਨਾਲ ਭਰੀ, ਇਹ ਉੱਪਰ ਉਹ ਪੀਸਮੋਸ ਸੀ। ਹਾਂਜੀ ਇਹਦੇ ਵਿੱਚ ਤਕਰੀਬਨ 1 ਸੂਤਰ ਡੂੰਘਾ ਦੋ ਬੀ, ਸੂਤਰ। 2 ਸੂਤਰ ਡੂੰਘਾ ਜੀ ਬੀ ਰੱਖਣਾ ਹੁੰਦਾ। ਜੀ ਬਿਲਕੁਲ ਅੱਛਾ, ਇਹ ਜਿਹੜੇ ਪੌਦੇ ਤੁਹਾਡੇ ਸਿਹਤਮੰਦ ਆ? ਜੀ ਬਿਲਕੁਲ ਬਿਹਤਰੀਨ ਇਹ ਜਿਹੜੇ ਪੱਤੇ ਇਕੱਠੇ ਹੋਏ ਇਹ ਕੀ ਹੈ? ਇਹ ਸਾਰੇ ਕੁਝ ਸਰਦੀ ਦੀ ਵਜ੍ਹਾ ਵੀ ਹੈ ਵਾ, ਹਾਂਜੀ। ਕਿਉਂਕਿ ਅਸੀਂ 2-3 ਦਿਨ ਤੋਂ ਛਾਪਰ ਨਹੀਂ ਸੀ ਪਾਇਆ, ਇੱਥੇ ਹਾਂਜੀ ਫੰਗਸ ਦੇ ਅਟੈਕ ਆ ਰਹੇ ਸੀ। ਇਹ ਜਿਹੜੀ ਰੇਤ ਪਾਈ ਆ ਜੀ ਅਸੀਂ, ਹਾਂਜੀ ਇਹ ਪੌਦਾ ਇੱਥੋਂ ਇਹਨੂੰ ਫੰਗਸ ਲੱਗਦੀ ਆ ਹਾਂਜੀ। ਇਸ ਜਗ੍ਹਾ ਤੋਂ, ਅੱਛਾ ਜੀ ਇਹ ਪੌਦਾ ਡਿੱਗ ਪੈਂਦਾ। ਅੱਛਾ ਜੀ ਇਸ ਰੇਤ ਦੇ ਵਿੱਚ ਅਸੀਂ ਥਾਇਓਫਨੇਟ ਮਿਥਾਈਲ, ਹਾਂਜੀ ਅਮੀਡਾ ਪਿੰਕ ਅੱਛਾ ਤੇ ਜੀ ਥੋੜਾ ਜਿਹਾ ਨੀਲਾ ਥੋਥਾ ਮਿਕਸ ਕਰਕੇ ਤੇ ਅਸੀਂ ਇਹਦੇ ਨਾਲ ਪਾ ਦਿੰਨੇ ਆ। ਠੀਕ ਹੈ ਫਿਰ ਜੀ, ਇਹ ਪੌਦਾ ਜਿਹੜਾ ਸਾਡਾ ਇਹ ਡਿੱਗਦਾ ਨਹੀਂ ਠੀਕ ਹੋ ਗਿਆ। ਫੰਗਸ ਦੀ ਵਜ੍ਹਾ ਤੋਂ। ਆਜ਼ਮ ਸਾਹਿਬ ਤੁਸੀਂ ਪੂਰੀ ਇਹਤਿਆਤ ਕਰਦੇ ਆ, ਮੈਂ ਤਾਂ ਦੋਸਤਾਂ ਨੂੰ ਕਹਾਂਗਾ ਤੁਹਾਡੇ ਨਾਲ ਰਾਬਤਾ ਕਰਨ ਜ਼ਰੂਰ। ਜੀ ਜੀ, ਹਾਂਜੀ ਜਿਸ ਤਰ੍ਹਾਂ ਕਿ ਇਹ ਦੇਖੋ, ਜੀ, ਇਹ ਪੌਦਾ, ਉਹ ਹੋਏ ਪੌਦਾ ਹੀ ਜ਼ਾਇਆ ਕਰਤਾ। ਇਹ ਇੱਥੋਂ ਇਹਨੂੰ ਫੰਗਸ ਲੱਗਦੀ ਜੇ ਅੱਛਾ ਜੀ ਇਸ ਜਗ੍ਹਾ ਤੋਂ, ਤੇ ਪੌਦਾ ਡਿੱਗ ਪੈਂਦਾ। ਇਹ ਦੇਖੋ ਜੀ ਇਸ ਜਗ੍ਹਾ ਤੋਂ ਠੀਕ, ਇਹ ਕੱਢ ਲਓ ਜੀ ਲਿਫਾਫਾ, ਹੁਣ ਜੀ। ਇਹਨੂੰ ਕੈਮਰੇ ਦੇ ਅੱਗੇ ਕਰੋ। ਜੀ ਇਹ ਦੇਖੋ ਜੀ, ਇਹਨੂੰ ਫੰਗਸ ਲੱਗੀ ਜੇ ਇਸ ਜਗ੍ਹਾ ਅੱਛਾ ਤੋਂ। ਜੀ ਇਹ ਦੇਖੋ ਇਹ ਇਦਾਂ ਡਿੱਗ ਪਿਆ, ਜੀ, ਲੇਕਿਨ ਇਹਦੇ ਵਾਸਤੇ ਅਸੀਂ ਇਹ ਚੀਜ਼ਾਂ ਜਿਹੜੀਆਂ ਵਾ ਰੇਤ ਔਰ ਔਰ ਉਹਦੇ ਥਾਇਓਫਨੇਟ, ਵਿੱਚ ਥਾਇਓਫਨੇਟ ਮਿਥਾਈਲ ਹਾਂਜੀ ਤੇ ਉਸ ਤੋਂ ਬਾਅਦ ਅਮੀਡਾ ਪਿੰਕ, ਅੱਛਾ ਜੀ ਤੇ ਉਹ ਅਸੀਂ ਇਹਦੇ ਮੁੱਢਾਂ ਦੇ ਨਾਲ ਪਾ ਦਈਦੀ ਆ। ਫਿਰ ਇਹ ਪੌਦਾ ਕੋਈ ਡਿੱਗਦਾ ਨਹੀਂ। ਠੀਕ ਹੋ ਗਿਆ ਜੀ ਜੀ, ਬਹੁਤ ਬਹੁਤ ਸ਼ੁਕਰੀਆ। ਹੁਣ ਤੁਹਾਡੀ ਦੂਸਰੀ ਨਰਸਰੀ ਵੀ ਦੇਖ ਲਈਏ। ਜੀ ਆ ਜਾਓ। ਇਹ ਜੀ ਆਜ਼ਮ ਸਾਹਿਬ ਨੇ ਬਾਗਬਾਨ ਲਈ ਹੱਲਾਂ ਬਣਾਈਆਂ, ਵਿੱਚੋਂ ਹੱਲਾਂ ਖੋਲ ਲਈਆਂ। 1 2 3 4 5 ਹੱਲਾਂ ਇਸ ਵੇਲੇ, ਇਹ 9 ਹੱਲਾਂ ਸੀ ਜੀ। ਪਹਿਲਾਂ ਇਹਨਾਂ ਨੇ 7 ਬਣਾਈਆਂ, ਹੁਣ ਕਿਉਂਕਿ ਪੌਦੇ ਵੱਡੇ ਹੋ ਗਏ, ਇਹ 2 ਜਿਹੜੇ ਆ ਨਾ ਜੀ ਆ ਖੋਲ ਕੇ ਅਲੱਗਾ ਹੀ ਪਏ ਆ। ਇਹ ਅਗਰ ਤੁਹਾਡੇ ਕੋਲ ਰੂਟਾਵੇਟਰ ਨਹੀਂ, ਇਹਦੇ ਪਿੱਛੇ ਛੋਟਾ ਜਿਹਾ ਸੁਹਾਗਾ ਜੀ, ਉਹ ਵੀ ਤੁਹਾਨੂੰ ਦਿਖਾਲਦੇ ਆ। ਉਹ ਬੰਨ੍ਹ ਕੇ ਪਾ ਦਿਓ। ਇਹ ਸੁਹਾਗਾ ਹੈ ਜੀ। ਇਹ ਸੁਹਾਗਾ ਕਿੰਨੇ ਫੁੱਟ ਦਾ ਜੀ? ਇਹ ਹੈ ਜੀ 4 ਫੁੱਟ ਦਾ। 4 ਫੁੱਟ ਦਾ ਕਰ ਲਿਆ ਆ। 9 ਫੁੱਟ ਦੀ ਖੇਲ ਹੁੰਦੀ ਆ, ਵਿੱਚ ਬੱਟਾਂ ਕੱਢ ਕੇ 4 ਫੁੱਟ ਵਾਇਆ ਬਣਦਾ। ਉਹਦੇ ਲਈ ਹੱਲਾਂ ਵੀ ਛੋਟੀਆਂ ਕਰ ਲਈਆਂ ਔਰ 4 ਫੁੱਟ ਦਾ ਸੁਹਾਗਾ ਕਰ ਲਿਆ ਜੀ। ਬਹੁਤ ਸ਼ੁਕਰੀਆ। ਲਓ ਜਨਾਬ, ਇਹ ਹੈਗਾ ਇਹਨਾਂ ਦਾ ਬੈੱਡ ਤਿਆਰ ਬੜੀ ਮਿਹਰਬਾਨੀ ਬੀ ਲਾਉਣ ਵਾਸਤੇ। ਅੱਛਾ ਜੀ, ਉਹ ਸਵਾਲ ਮੈਨੂੰ ਇੱਕ ਰਹਿ ਗਿਆ ਸੀ, ਬੜੀ ਇਹਦੇ ਤੇ ਡਿਸਕਸ ਹੁੰਦੀ ਹੈ, ਜਦੋਂ ਇਹਨੂੰ ਲਾਉਣਾ ਪਾਣੀ ਉੱਤੋਂ ਦੀ ਲਾਣਾ ਜਾਂ ਥੱਲਿਓਂ ਦੀ ਲਾਣਾ? ਜਿਸ ਲਈ ਬੀ ਲਾ ਦੇਣਾ ਉੱਤੋਂ ਦੀ ਲਾਣਾ ਜੀ, ਸ਼ਾਵਰ ਦੇ ਨਾਲ। ਸ਼ਾਵਰ ਦੇ ਨਾਲ ਲਾਣਾ। ਕਿੰਨਾ ਪਾਣੀ ਲਾਣਾ? ਪਾਣੀ ਜੇ ਪੀਟ ਮਾਸ ਜਿਹੜੀ ਗਿੱਲੀ ਹੋ ਜਾਵੇ, ਜਿਹੜੀ ਪੀਟ ਮਾਸ ਜਿਹੜੀ ਆ ਉਹ ਗਿੱਲੀ ਹੋ ਜਾਏ, ਜੀ ਬਿਲਕੁਲ ਇੰਨੀ ਲਾਉਣੀ ਆ, ਗੱਚ ਨਹੀਂ ਕਰਨਾ। ਗੱਚ ਨਹੀਂ ਕਰਨਾ। ਅੱਛਾ, ਹੁਣ ਜ਼ਰਾ ਦੱਸੋ, ਇਹ ਤੁਸੀਂ ਭਰੀਆਂ ਜੀ ਜੀ ਥੈਲੀਆਂ ਜੀ, ਤੇ ਕਿਸ ਤਰ੍ਹਾਂ ਭਰੀਆਂ ਜ਼ਰਾ, ਔਰ ਕਿੱਦਾਂ ਬੀ ਰੱਖਣਾ? ਬੀ ਇੱਥੇ ਹੁਣ ਫਰਜ਼ੀ ਬਣਾ ਲਓ, ਇਸ ਵੇਲੇ ਬੀ ਹੈ ਨਹੀਂ ਤੁਹਾਡੇ ਕੋਲ, ਜੀ ਕੋਈ ਛੋਟਾ ਜਿਹਾ ਮਿੱਟੀ ਦਾ। ਸਾਰਾ ਬੀ ਆ। ਹਾਂਜੀ ਇਹਨੂੰ ਸਾਰਾ ਅਸੀਂ ਇੱਥੇ ਇੰਨਾ ਕੁ ਖੱਡਾ ਮਾਰਨਾ ਜੀ, ਠੀਕ ਹੋ ਗਿਆ। ਇੰਨਾ ਕੁ। ਹਾਂਜੀ ਇਹ ਅਸੀਂ ਬੀ ਵਿੱਚ ਰੱਖ ਦਿੱਤਾ, ਹਾਂਜੀ, ਇਹ ਉੱਤੇ ਅਸੀਂ ਪੀਟ ਮਾਸ ਪਾ ਦਿੱਤੀ। ਪੀ ਮਾਸ ਪਾਤਾ। ਪੀਟ ਮਾਸ ਪਾ ਕੇ ਹਾਂਜੀ। ਇਹਨੂੰ ਅਸੀਂ ਫਿਲ ਕਰ ਦਿੱਤਾ। ਠੀਕ ਹੈ ਬਸ ਜੀ। ਜੀ, ਅੱਛਾ ਜੀ, ਇਹਨੂੰ ਉੱਤੋਂ ਸ਼ਾਵਰ ਦੇ ਨਾਲ ਅਸੀਂ ਸਾਰਿਆਂ ਨੂੰ ਇਦਾਂ ਪਾਣੀ ਲਾ ਦੇਣਾ। ਠੀਕ ਹੈ ਜੀ। ਇਹਨੂੰ ਚੈੱਕ ਕਰ ਲੈਣਾ ਕਿ ਪੀਟ ਮਾਸ ਥੱਲਿਓਂ ਗਿੱਲੀ ਹੋ ਗਈ ਸਾਡੀ। ਅੱਛਾ ਜੀ, ਅਗਰ ਤੇ ਗਿੱਲੀ ਹੋ ਗਈ ਆ ਤੇ ਫਿਰ ਤੁਸੀਂ ਬਸ ਤੁਹਾਡਾ ਜਿਹੜਾ ਰੇਜ ਆ ਥੱਲੇ ਤੱਕ ਪਹੁੰਚ ਗਈ, ਕਿਉਂਕਿ ਪੀਟ ਮਾਸ ਜਿਹੜੀ ਆ ਬਹੁਤ ਮੁਸ਼ਕਲ ਗਿੱਲੀ ਹੁੰਦੀ ਆ। ਜੀ ਜੇ ਟੈਂਕੀ ਨਾਲ ਪਾਣੀ ਲਾਓ ਤੇ ਉਹਦੇ ਨਾਲ ਸਾਰੀ ਦਿਹਾੜੀ ਵੀ ਲੱਗੇ ਰਹੋ, ਸਪਰੇਅ ਵਾਲੀ ਟੈਂਕੀ ਨਾਲ ਇਹ ਗਿੱਲੀ ਥੱਲੋਂ ਨਹੀਂ ਹੁੰਦੀ। ਠੀਕ ਹੈ ਜੀ। ਇਹ ਸ਼ਾਵਰ ਜਿਹੜਾ ਸ਼ਾਵਰ ਉਹ ਸੱਟ ਮਾਰਦਾ ਪਾਣੀ ਨੂੰ ਤੇ ਫਿਰ ਥੱਲੇ ਤੱਕ ਗਿੱਲੀ ਹੋ ਜਾਂਦੀ ਜੀ ਬਹੁਤ ਸ਼ੁਕਰੀਆ ਜੀ। ਜੀ। ਤੇ ਇਹ ਹੁਣ ਦੁਬਾਰਾ ਇੱਕ ਥੈਲੀ ਜਿਹੜੀ ਆ, ਇਹਦੇ ਵਿੱਚ ਤੁਸੀਂ ਇੱਥੇ ਦੱਸੋ, ਆਹ ਥੈਲੀ ਫੜ ਲਓ ਜੀ, ਜੀ ਜੀ ਲਾ ਲਿਓ। ਇਹਦੇ ਵਿੱਚ ਕਿੰਨਾ ਹੈਗਾ ਤੁਹਾਡਾ ਪੀਸ ਮਾਸ ਜਿਹਨੂੰ ਕਹਿੰਦੇ ਆ? ਹਾਂਜੀ, ਇਹ ਸਾਰਾ ਅਸੀਂ ਅੱਧੀ ਇੰਚ ਖਾਲੀ ਰੱਖੀ ਆ। ਅੱਧੀ ਇੰਚ ਖਾਲੀ ਆ ਥੈਲੀ? ਜੀ। ਹਾਂਜੀ ਲੇਕਿਨ ਸਰਦੀ ਦੇ ਵਿੱਚ ਜਦੋਂ ਤੁਸੀਂ ਲਾਣਾ ਪੀਟ ਮਾਸ ਪਾਉਣੀ ਆ, ਉਦੋਂ ਤੁਸੀਂ ਇਹਦੇ ਵਿੱਚ 2 ਇੰਚ ਪੀਟ ਮਾਸ ਪਾਉਣੀ। ਠੀਕ ਆ ਜੀ। ਇਹ ਅਸੀਂ ਹੁਣ ਬੀ ਲਾਉਣਾ ਗਰਮੀ ਵਾਲਾ। ਹਾਂਜੀ, ਗਰਮੀ ਵਾਲੇ ਬੀ ਵਾਸਤੇ ਪੀਟ ਮਾਸ ਥੋੜੀ ਜਿੰਨੀ ਜਿਹੜੀ ਆ ਉਹ ਕੰਮ ਦੇ ਜਾਂਦੀ ਹੈ। ਯਾਨੀ ਇੰਚੀ ਕੁ ਵੀ ਕੰਮ ਦੇ ਜਾਂਦੀ? ਹਾਂਜੀ, ਇੰਚੀ ਕੁ ਵੀ ਕੰਮ ਦੇ ਜਾਂਦੀ ਤੇ ਹੈ। ਆ ਥੱਲੇ ਤੁਸੀਂ ਮਿੱਟੀ ਪਾਈ ਜਾਂ ਭਾਲ ਪਾ ਲਓ? ਜੀ ਮਿੱਟੀ ਪਾਈ ਹੈ। ਤੁਹਾਡੇ ਇਲਾਕੇ ਦੀ ਤਾਂ ਮਿੱਟੀ ਭਾਲ ਵਰਗੀ ਹੈ ਨਾ ਜੀ, ਜੀ, ਇਸ ਬਿਲਕੁਲ, ਵਾਸਤੇ ਤੁਸੀਂ ਬਿਲਕੁਲ। ਪਾਈ। ਆ ਸਰਾਖ ਵੀ ਦਿਖਾਣਾ ਜੀ, ਤੁਸੀਂ ਕਿੱਥੇ ਕਿੱਥੇ ਮਾਰੇ? ਇਹ ਦੇਖੋ ਜੀ, ਇਹ ਸਰਾਖ ਮਾਰਿਆ ਜੀ। ਜੀ ਇਹ ਇਹ ਵੱਜਾ 3 ਜੀ। ਹੋ ਗਏ। ਇਹ 4, ਹਾਂਜੀ, ਇਹ 5 ਤੇ ਇਹ 6। 6 ਹੋ ਗਏ ਜੀ। ਜੀ ਠੀਕ ਹੋ ਗਿਆ ਜੀ, ਬਹੁਤ ਸ਼ੁਕਰੀਆ ਜੀ। ਲੋ ਜਨਾਬ, ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਾਮਿਆ ਕਿਸਮ ਦੀ ਮਾਲੂਮਾਤ ਦਈਏ। ਆਜ਼ਮ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਨਾਬ। ਠੀਕ ਸਰ। ਤੇ ਇਨਸ਼ਾਅੱਲਾ ਤਾਲਾ ਫਿਰ ਨਈ ਵੀਡੀਓ ਨਾਲ ਫਿਰ ਹਾਜ਼ਰ ਹੋਵਾਂਗੇ ਬਹੁਤ ਜਲਦ। ਅਸਲਾਮ ਵਾਲੇਕੁਮ ਜੀ।